ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪੱਗ ਪੰਕਜ ਬੰਦਨ, ਪੱਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਉ, ਰਿਧੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਾਰ ਜੋਰੀ, ਨਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰਉ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗ ਦੀਸ਼ਾ, ਇਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰ ਕੀ ਗਾਥਾ ਸ਼ੁਭ ਗੰਗਾ, ਛੰਦ ਉਮੰਗ ਉਤੰਗ ਤਰੰਗਾ। ਕਰਾਮਾਤ ਵਰਨਨ ਜਹ ਕਹਾ, ਇਹੋ ਗੰਭੀਰਤਾ ਧਾਰਤ ਮਹਾ। ਸ਼੍ਰੀ ਗੁਰ ਕੀ ਗਾਥਾ ਸ਼ੁਭ ਗੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਹੀ ਖੁਸ਼ਕਿਸਮਤ ਉਹ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰਬਾਣੀ ਪਾਠ ਮਨੋਰ ਕੀਰਤਨ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰ ਰਹੇ। ਸੋ ਹਜ਼ੂਰ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਾਰਿਆਂ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਪੂਰੀਆਂ ਕਰਨ। ਜੋ ਜੀ ਹਜ਼ੂਰ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਜੀ। ਗੁਰੂ ਰੂਪ ਸਾਧ ਸੰਗਤ ਜੀ, ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਕਰਦਿਆਂ ਅਸੀਂ ਬਿਲਕੁਲ ਚਰਮ ਸਮਾਪਤੀ ਤੇ ਪਹੁੰਚ ਗਏ ਹਾਂ। 10 ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਬਾਅਦ ਇਤਿਹਾਸਕਾਰ ਗਿਆਨੀ ਸੰਤੋਖ ਸਿੰਘ ਜੀ ਨੇ ਇਸ ਪ੍ਰਕਾਰ ਮਾਤਾ ਸੁੰਦਰ ਕੌਰ ਜੀ, ਪਾਲਕ ਅਜੀਤ ਸਿੰਘ ਪਾਲਕ ਦੇ ਪੁੱਤਰ ਹਠੀ ਸਿੰਘ ਦਾ ਇਤਿਹਾਸ, ਔਰ ਫਿਰ ਉਸ ਤੋਂ ਬਾਅਦ ਕੁਝ ਇਸ ਕਥਾ ਨੂੰ ਕਿਸ ਤਰ੍ਹਾਂ ਲਿਖਿਆ, ਉਸ ਦੀ ਅੰਦਰਲੀ ਰੂਪ ਰੇਖਾ ਬਾਰੇ ਗਿਆਨੀ ਸੰਤੋਖ ਸਿੰਘ ਜੀ ਆਪ ਜੀ ਨੂੰ ਦੱਸ ਰਹੇ ਨੇ। ਮੈਂ ਬੀਤੀ ਕੱਲ੍ਹ ਇਹ ਗਿਆਨੀ ਸੰਤੋਖ ਸਿੰਘ ਦੇ ਰਾਹੀਂ ਗੁਰੂ ਇਤਿਹਾਸ ਲਿਖਣ ਦਾ ਸਬੱਬ ਕਿਵੇਂ ਬਣਿਆ, ਸੰਗਤ ਜੀ ਇਹ ਖੋਜ ਕਰਕੇ ਕਿਸੇ ਕੌਮ ਦਾ ਇਤਿਹਾਸ ਲਿਖਣਾ ਭਾਰੀ ਖਰਚੇ ਦਾ ਕੰਮ ਹੁੰਦਾ ਹੈ। ਲਿਹਾਜ਼ਾ ਉਸ ਵੇਲੇ ਰਿਆਸਤੀ ਰਾਜ ਵਿੱਚ ਕੈਥਲ ਦੇ ਸਮਰਾਟ ਭਾਈ ਉਦੈ ਸਿੰਘ, ਉਹਨਾਂ ਨੇ ਇਹ ਸਾਰਾ ਖਰਚਾ ਆਪਣੀ ਰਿਆਸਤ ਵੱਲੋਂ ਕੀਤਾ ਔਰ ਲਿਖਣ ਦੀ ਸੇਵਾ ਗਿਆਨੀ ਸੰਤੋਖ ਸਿੰਘ ਇਤਿਹਾਸਕਾਰ ਹੁਣਾਂ ਨੇ ਕੀਤੀ। ਜਦੋਂ ਬਹੁਤ ਵੱਡੇ ਕਾਰਜ ਕਰਨੇ ਹੋਣ ਤੇ ਛੋਟੀਆਂ ਦਿੱਕਤਾਂ ਨੂੰ ਅਕਸਰ ਨਜ਼ਰਅੰਦਾਜ਼ ਕਰਨਾ ਪੈਂਦਾ। ਲਿਹਾਜ਼ਾ ਗਿਆਨੀ ਸੰਤੋਖ ਸਿੰਘ ਹੁਣਾਂ ਨੂੰ ਵੀ ਇਹ ਇਤਿਹਾਸ ਲਿਖਣ ਵਿੱਚ ਕਈ ਦਿੱਕਤਾਂ ਆਈਆਂ, ਅੜਿੱਕੇ ਲੱਗੇ, ਪਰ ਗੁਰੂ ਸਾਹਿਬ ਨੇ ਆਪ ਮਿਹਰ ਕਰਕੇ ਆਪਣੇ ਸੇਵਕ ਕੋਲੋਂ ਇਹ ਲਗਭਗ 255 ਸਾਲ ਦੀ ਹਿਸਟੋਰੀ ਇੱਕੋ ਕਲਮ ਤੋਂ ਕਲਮ ਬੰਦ ਕਰਵਾ ਲਈ। ਇਹ ਬੜੀ ਮਹਾਨ ਸੇਵਾ ਹੈ, ਕਿਉਂਕਿ ਮਨੁੱਖ ਦੀ ਫਿਤਰਤ ਇਹ ਹੈ ਸਾਧ ਸੰਗਤ ਜੀ ਕਿ ਮਨੁੱਖ ਨੂੰ ਦੂਸਰੇ ਦੇ ਵਿੱਚ ਜੋ ਗੁਣ ਅਤੇ ਅਵਗੁਣ ਨੇ ਉਹਦੇ ਵਿੱਚੋਂ ਅਵਗੁਣ ਨਜ਼ਰ ਆਉਂਦੇ ਨੇ, ਗੁਣ ਨਜ਼ਰ ਨਹੀਂ ਆਉਂਦੇ। ਗਿਆਨੀ ਸੰਤੋਖ ਸਿੰਘ ਦੀ ਜੋ ਮਸ਼ੱਕਤ ਹੈ, ਜੋ ਮਿਹਨਤ ਹੈ, ਮੇਰਾ ਹਾਰਦਿਕ ਤੌਰ ਤੇ ਉਹਨਾਂ ਦੇ ਚਰਨਾਂ ਵਿੱਚ ਸਿਜਦਾ ਹੈ। ਪਰ ਜੇ ਕਿਤੇ ਕੋਈ ਉਕਾਈ ਹੋਈ ਹੈ ਤੇ ਉਹ ਇੱਕ ਐਕਸਪਰਟ ਪ੍ਰਚਾਰਕ ਦਾ ਲਿਆਕਤ ਹੈ ਔਰ ਉਹਦਾ ਨੈਤਿਕ ਫਰਜ਼ ਹੈ ਕਿ ਉਹਨੂੰ ਕਿਸ ਢੰਗ ਨਾਲ ਹੈਂਡਲ ਕਰਨਾ ਹੈ, ਕਿਵੇਂ ਸੰਗਤ ਵਿੱਚ ਐਕਸਪਲੇਨ ਕਰਨਾ ਹੈ। ਪੰਜਾਬੀ ਦਾ ਪ੍ਰਸਿੱਧ ਆਖਾਨ ਹੈ, ਭਾਈ ਆਪਣਾ ਝੱਗਾ ਚੁੱਕਿਆ ਢਿੱਡ ਤੇ ਆਪਣਾ ਹੀ ਨੰਗਾ ਹੁੰਦਾ ਹੈ। ਉਂਝ ਵੀ ਗੁਰੂ ਕੀ ਸੰਗਤ ਜੀ, ਤੁਸੀਂ ਕਿਸੇ ਸਾਹਮਣੇ ਆ ਰਹੇ ਵਿਅਕਤੀ ਦੇ ਜੇ ਪੈਰ ਵੇਖੋਗੇ ਨਾ, ਫੋਕਸ ਪੈਰਾਂ ਤੇ ਕਰੋਗੇ, ਚਿਹਰਾ ਨਹੀਂ ਦਿਸੇਗਾ। ਤੇ ਜੇ ਤੁਸੀਂ ਕਿਸੇ ਦੇ ਫੇਸ ਦੇ ਉੱਤੇ ਫੋਕਸ ਕਰੋਗੇ ਫਿਰ ਪੈਰ ਨਹੀਂ ਦਿਸਣਗੇ। ਯਕੀਨ ਜਾਣਿਓ, ਜੇ ਗੁਣ ਵੇਖਣ ਲੱਗ ਪਈਏ ਤੇ ਔਗਣ ਨਹੀਂ ਦਿਸਦੇ, ਪਰ ਜੇ ਔਗਣ ਵੇਖਣ ਲੱਗ ਪਈਏ ਤੇ ਫਿਰ ਗੁਣ ਵੀ ਨਹੀਂ ਦਿਸਦੇ। ਇਸ ਲਈ ਸਾਨੂੰ ਕਿਸੇ ਵੀ ਪੁਸਤਕ ਨੂੰ, ਕਿਸੇ ਵੀ ਗ੍ਰੰਥ ਨੂੰ ਪੜ੍ਹਨ ਲੱਗਿਆਂ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਹੰਸ ਬਿਰਤੀ ਦੇ ਧਾਰਨੀ ਬਣ ਕੇ ਉਹਦੇ ਵਿੱਚੋਂ ਅਛਾਈ ਲੈਣੀ ਹੈ, ਚੰਗਾਈ ਲੈਣੀ ਹੈ। ਪਰ ਮੈਂ ਚੱਲ ਰਹੀ ਗੱਲ ਵਿੱਚ ਮੈਨੂੰ ਚੇਤਾ ਆ ਗਿਆ, ਮੈਂ ਤੁਹਾਡੇ ਤੋਂ ਆਗਿਆ ਲੈ ਕੇ ਬੇਨਤੀ ਕਰਦਿਆਂ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਬਹੁਤਾਤ ਲੋਕਾਂ ਦੀ ਇਹ ਫਿਤਰਤ ਹੁੰਦੀ ਹੈ ਵੀ ਸਾਨੂੰ ਦੂਸਰੇ ਵਿੱਚ ਔਗਣ ਨਜ਼ਰ ਆਉਂਦੇ ਨੇ, ਗੁਣ ਨਹੀਂ ਨਜ਼ਰ ਆਉਂਦੇ। ਔਰ ਇਹ ਜਿਹੜੀ ਆਈਡੀਓਲੋਜੀ ਹੈ, ਜਿਹੜੀ ਫਿਤਰਤ ਹੈ, ਇਹ ਜਿਹੜਾ ਸੁਭਾਅ ਹੈ, ਇਹ ਨਿੰਦਕ ਦਾ ਸੁਭਾਅ ਹੈ। ਇੱਕ ਕਵਿੱਤ ਭਾਈ ਗੁਰਦਾਸ ਜੀ
ਤੁਹਾਡੀ ਭਾਵਨਾ ਬਣੇ, ਇਸ ਲਈ ਮੈਂ ਦੱਸ ਦਿਆਂ ਕਿ ਭਾਈ ਗੁਰਦਾਸ ਉਹ ਸ਼ਖਸੀਅਤ ਹੈ ਜਿਨੇ ਪਹਿਲੀ ਵਾਰ ਆਪਣੇ ਹੱਥ ਵਿੱਚ ਕਲਮ ਪਕੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ। ਕੋਈ ਸਧਾਰਨ ਵਿਅਕਤੀ ਨਹੀਂ। ਗੁਰੂ ਕਾਲ ਵਿੱਚ ਵਿਦਵਤਾ ਦੇ ਮਾਮਲੇ ਵਿੱਚ ਉਹਦਾ ਕੋਈ ਸਾਨੀ ਨਹੀਂ ਸੀ। ਉਹ ਜਦੋਂ ਦਲੀਲਾਂ ਦੀ ਝੜੀ ਲਾਉਂਦਾ ਹੈ ਤੇ ਫਿਰ ਇੱਕ ਤਰ੍ਹਾਂ ਤਸੱਲੀ ਕਰਾਏ ਬਿਨਾਂ ਬਸ ਨਹੀਂ ਕਰਦਾ। ਉਹਨਾਂ ਦਾ ਇੱਕ ਕਵਿਤ ਹੈ, ਉਹ ਕਹਿੰਦੇ ਨੇ ਵੀ ਸਾਉਣ ਦਾ ਮਹੀਨਾ ਹੋਵੇ, ਮੌਨਸੂਨਾਂ ਆ ਚੁੱਕੀਆਂ ਹੋਣ, ਆਸਮਾਨ ਵਿੱਚ ਸ਼ਾਹ ਕਾਲੀਆਂ ਘਟਾ ਛਾਈਆਂ ਹੋਣ, ਹਰਾ ਭਰਾ ਬਾਗ ਹੋਵੇ ਤੇ ਉਸ ਬਾਗ ਵਿੱਚ ਉਹ ਮੋਰ ਜਦੋਂ ਬੱਦਲਾਂ ਨੂੰ ਵੇਖੇ, ਨਿੱਕੀ ਨਿੱਕੀ ਕਣੀ ਦੇ ਮੀਂਹ ਨੂੰ ਵੇਖੇ ਤੇ ਉਸ ਮੰਜ਼ਰ ਨੂੰ ਵੇਖ ਕੇ ਉਹ ਆਪਣੇ ਸਾਰੇ ਖੰਭ ਖਿਲਾਰ ਲਵੇ ਤੇ ਫਿਰ ਗੀਤ ਗਾਉਣ ਲੱਗ ਪਵੇ। ਤੇ ਤੁਸੀਂ ਕਿਸੇ ਆਲੋਚਕ ਨੂੰ, ਕਿਸੇ ਨਿੰਦਕ ਨੂੰ ਲੈ ਜਾਓ, ਉਹਨੂੰ ਕਹੋ ਵੀ ਵੇਖ ਸੱਜਣਾ ਆਕਾਸ਼ ਵੱਲ ਕਿੱਡੇ ਕਾਲੇ ਬੱਦਲ ਘਟ ਛਾ ਕੇ ਆਏ ਨੇ, ਬਾਗ ਕਿੱਡਾ ਸੋਹਣਾ ਹਰਾ ਭਰਾ ਹੈ, ਉਸ ਬਾਗ ਵਿੱਚ ਮੋਰ ਨੱਚ ਰਿਹਾ ਹੈ, ਉਹਦੇ ਖੰਭ ਵੇਖ ਕਿੱਡੇ ਸੋਹਣੇ ਨੇ। ਇਕੱਲੇ ਇਕੱਲੇ ਖੰਭ ਦੇ ਉੱਤੇ ਨਿਰੰਕਾਰ ਨੇ ਏਡੀ ਸੋਹਣੀ ਚਿੱਤਰਕਾਰੀ ਕੀਤੀ ਹੈ ਕਿ 84 ਲੱਖ ਜੂਨਾਂ ਦੇ ਸਰਦਾਰ ਮਨੁੱਖ ਨੇ ਆਪਣੇ ਕੱਪੜੇ ਬਣਾਉਣ ਲਈ ਲੱਖਾਂ ਕਾਰਖਾਨੇ ਲਗਾ ਕੇ ਅਸੀਂ ਇੱਕ ਮੋਰ ਵਰਗੀ ਪੋਸ਼ਾਕ ਪੈਦਾ ਨਹੀਂ ਕਰ ਸਕੇ। ਨਾ ਧੋਣੀ ਪਏ, ਨਾ ਸੁਕਾਣੀ ਪਏ, ਨਾ ਡਰਾਈ ਕਲੀਨ ਕਰਨੀ ਪਏ, ਨਾ ਪ੍ਰੈਸ ਕਰਨੀ ਪਏ, ਤੇ ਉਹਦੇ ਸਾਹਮਣੇ ਜਿਵੇਂ ਦੇ ਮਰਜ਼ੀ ਕੱਪੜੇ ਪਾ ਕੇ ਟੁਰ ਜਾਈਏ, ਬੌਣੇ ਮਹਿਸੂਸ ਕਰਨੇ ਆ। ਇੱਕ ਇੱਕ ਖੰਭ ਦੇ ਉੱਤੇ ਨਿਹਾਇਤ ਸੁੰਦਰ ਚਿੱਤਰਕਾਰੀ ਹੈ। ਕਲਗੀ ਵੇਖੀਏ ਤੇ ਦਿਲ ਕਰਦਾ ਕਲਗੀ ਨੂੰ ਵੇਖੀ ਜਾਈਏ, ਅੱਖਾਂ ਵੇਖੀਏ ਤੇ ਨਿਗਾਹ ਹਟਦੀ ਕੋਨੀ, ਔਰ ਜੇ ਬੋਲੇ ਤੇ ਕੰਨਾਂ ਵਿੱਚ ਅੰਮ੍ਰਿਤ ਘੋਲ ਦਿੰਦਾ। ਪਰ ਜਿਹੜਾ ਨਿੰਦਕ ਹੈ ਉਹਨੂੰ ਤੁਸੀਂ ਕਹੋ ਵੀ ਵੇਖ ਕਾਲੇ ਬੱਦਲ, ਵੇਖ ਹਰਾ ਭਰਾ ਬਾਗ, ਵੇਖ ਮੋਰ, ਵੇਖ ਖੰਭ, ਵੇਖ ਕਲਗੀ, ਵੇਖ ਅੱਖਾਂ, ਸੁਣ ਬੋਲੀ, ਉਹ ਕਹੇਗਾ ਸਾਰਾ ਕੁਝ ਠੀਕ ਹੈ ਪਰ ਇਹਦੇ ਪੈਰ ਬੜੇ ਭੱਦੇ ਨੇ। ਉਹਦੇ 10 ਗੁਣ ਉਹਨੂੰ ਨਜ਼ਰ ਨਹੀਂ ਆਉਣਗੇ, ਇੱਕ ਔਗਣ ਨਜ਼ਰ ਆ ਜਾਏਗਾ। ਇਹ ਕੌਣ ਹੈ? ਆਲੋਚਕ ਹੈ, ਇਹ ਨਿੰਦਕ ਹੈ। ਆਤਮ ਮੰਥਨ ਵੀ ਕਰਿਓ, ਇਹ ਕੰਨ ਰਸ ਨਹੀਂ ਹੈ ਵੀ ਚਲੋ ਉੱਥੇ ਚੱਲਨੇ ਆ, ਬਵਾਂਗੇ, ਕੁਝ ਸੁਣਾਂਗੇ, ਸੁਣਾਂਗੇ, ਦਿਲ ਕੀਤਾ ਨਹੀਂ ਤੇ ਉੱਠ ਕੇ ਆ ਜਾਾਂਗੇ, ਕਿਹੜੀ ਬੰਦਸ਼ ਹੈ। ਕੁਝ ਸਿੱਖੀਏ ਔਰ ਨਾਲ ਦੀ ਨਾਲ ਆਤਮ ਮੰਥਨ ਕਰੀਏ ਵੀ ਅਸੀਂ ਉਸ ਆਲੋਚਕ ਵਾਲੇ ਕਿਉ ਵਿੱਚ, ਉਸ ਨਿੰਦਕ ਵਾਲੀ ਲਾਈਨ ਵਿੱਚ ਤੇ ਨਹੀਂ ਕਿਤੇ ਖੜੇ, ਇੱਥੇ ਬਸ ਨਹੀਂ। ਉਹ ਕਹਿੰਦੇ ਹੋਰ ਸੁਣੋ, ਇਸ ਆਲੋਚਕ ਵਿਅਕਤੀ ਨੂੰ ਤੁਸੀਂ ਫਲਾਂ ਦਾ ਰਾਜਾ ਅੰਬ ਲਿਆ ਕੇ ਦਿਓ। ਸਾਡੇ ਜਿਹੜਾ ਦੇਸ਼ ਦਾ ਪੱਧਤੀ ਹੈ ਨਾ ਇਲਾਜ ਦੀ, ਆਯੁਰਵੈਦ, ਉਹ ਕਹਿੰਦੀ ਹੈ ਵੀ ਇਹ ਐਡਾ ਕਮਾਲ ਦਾ ਫਲ ਹੈ, ਜੇ ਨੈਚੁਰਲ ਢੰਗ ਦੇ ਨਾਲ ਪੱਕਿਆ ਹੈ ਤੇ ਤੁਸੀਂ ਰੂਟੀਨ ਵਿੱਚ 11 ਦਿਨ, 21 ਦਿਨ, 31 ਦਿਨ, 41 ਦਿਨ ਖਾ ਲਓ, ਕੁਝ ਬਿਮਾਰੀਆਂ ਜਿਨ੍ਹਾਂ ਨੂੰ ਜੜ੍ਹਾਂ ਤੋਂ ਖਤਮ ਕਰ ਦੇਗਾ ਔਰ ਅੱਗੇ ਤੋਂ ਬਿਮਾਰੀਆਂ ਲੱਗਣਗੀਆਂ ਨਹੀਂ, ਬਸ਼ਰਤੇ ਕਿ ਉਹ ਥੋੜਾ ਸਿਸਟਮੈਟਿਕਲੀ ਹੋਵੇ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਇਸ ਫਲ ਦੀ ਖਾਸੀਅਤ ਕੀ ਹੈ? ਕਿਤਨਾ ਹੀ ਮਹਿੰਗਾ ਪਦਾਰਥ ਹੋਵੇ, ਕਿਤਨਾ ਹੀ ਸਵਾਦੀ ਪਦਾਰਥ ਹੋਵੇ, ਬੜੇ ਧਿਆਨ ਨਾਲ ਬੇਨਤੀ ਸੁਣਿਓ, ਉਹ ਤੁਸੀਂ ਇੱਕ ਵਾਰ ਮੂੰਹ 'ਚ ਪਾ ਲਓ, ਤੁਹਾਨੂੰ ਪਤਾ ਲੱਗੇ ਵੀ ਮੂੰਹ 'ਚ ਨਾਲ ਵਾਲ ਵੀ ਆ ਗਿਆ ਤੇ ਤੁਸੀਂ ਬਾਹਰ ਕੱਢ ਦਿਓ, ਤੇ ਤੁਹਾਨੂੰ ਕੋਈ ਦੁਬਾਰਾ ਕਹੇ ਵੀ ਫਿਰ ਮੂੰਹ 'ਚ ਪਾ ਲਓ, ਤੁਸੀਂ ਕਿਸੇ ਕੀਮਤ ਤੇ ਮੂੰਹ 'ਚ ਨਹੀਂ ਪਾਓਗੇ। ਪਰ ਅੰਬ ਚੂਪਣ ਲੱਗਿਆ ਅਸੀਂ 50 ਬਾਹਰ ਕੱਢਨੇ ਆ, 50 ਫਿਰ ਉਹਨੂੰ ਚੂਪ ਲੈਂਦੇ ਆ। ਉਹਦੀ ਖਾਸੀਅਤ ਹੈ, ਇਹ ਛੋਟੀ ਗੱਲ ਨਹੀਂ। ਅੰਬ ਮਿੱਠਾ ਵੀ ਹੈ, ਅੰਬ ਗੁਣਾਦੀ ਵੀ ਹੈ, ਅੰਬ ਸਵਾਦੀ ਵੀ ਹੈ। ਗੁਣਾਦੀ ਮੀਨਜ਼ ਉਹਦੇ 'ਚ ਕਈ ਗੁਣ ਨੇ ਆਯੁਰਵੇਦ ਪੱਧਤੀ ਤੇ, ਉਹ ਇੱਕ ਕਿਸਮ ਦੀ ਔਸ਼ਧੀ ਹੈ, ਮੈਡੀਸੀਨ ਹੈ। ਪਰ ਜਿਹਨੂੰ ਨਿੰਦਾ ਕਰਨ ਦੀ ਵਾਦੀ ਪੈ ਗਈ, ਉਹ ਕਹੇਗਾ ਅੰਬ ਮਿੱਠਾ ਵੀ ਹੈ, ਅੰਬ ਗੁਣਾਦੀ ਵੀ ਹੈ, ਅੰਬ ਸਵਾਦੀ ਵੀ ਹੈ, ਪਰ, ਤੇ ਜੇ ਉਹਨੂੰ ਯੂ ਟਰਨ ਮਾਰ ਕੇ ਪੁੱਛੀਏ ਪਰ ਕੀ, ਉਹ ਕਹੇਗਾ ਇਹਦੀ ਗਿਟਕ ਬੜੀ ਕੌੜੀ ਹੁੰਦੀ। ਵੀ ਤੂੰ ਗਿਟਕ ਤੋਂ ਕੀ ਲੈਣਾ? ਪਰ ਨਹੀਂ, ਉਹਨੇ ਲੈਣਾ ਹੀ ਗਿਟਕ ਤੋਂ ਹੈ। ਕੁਝ ਲੋਕਾਂ ਨੇ ਗੁਣਾਂ ਤੋਂ ਲੈਣਾ ਹੀ ਕੁਝ ਨਹੀਂ ਹੁੰਦਾ, ਉਹਨਾਂ ਨੇ ਔਗਣ ਲੈਣਾ ਹੁੰਦਾ ਹੈ। ਮੈਂ ਇੱਥੇ ਕਥਾ ਕਰਦਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੇ ਕੋਈ ਡਿਸਟਰਬੈਂਸ ਕਰਦਾ ਹੈ ਤੇ ਮੈਂ ਨਾਲ ਦੀ ਨਾਲ ਬੇਨਤੀ ਕਰ ਦੇਣਾ ਬਈ ਨਾ ਕਰੋ, ਤੇ ਉਹ ਕਈ ਉਸੇ ਗੱਲ ਨੂੰ ਲੈ ਲੈਂਦੇ ਨੇ, ਕਥਾ ਤੇ ਬਹੁਤ ਵਧੀਆ ਕਰ ਰਹੇ, ਸਖਤ ਬੜੇ ਨੇ। ਉਹ ਗੁਰਮੁਖੋ, ਇਹ ਸਖਤੀ ਵੀ ਭਲੇ ਵਾਸਤੇ ਹੈ। ਦੋ ਹੀ ਚੀਜ਼ਾਂ ਹੁੰਦੀਆਂ ਨਾ, ਇੱਕ ਤੇ ਸਖਤੀ ਹੁੰਦੀ ਹੈ, ਇੱਕ ਸ਼ੌਂਕ ਹੁੰਦਾ। ਤੇ ਜੇ ਸ਼ੌਂਕ ਵੀ ਨਾ ਹੋਵੇ ਤੇ ਸਖਤੀ ਵੀ ਨਾ ਹੋਵੇ ਤੇ ਫਿਰ ਰੱਬ ਹੀ ਰੱਖਾ, ਫਿਰ ਆਊਟਪੁੱਟ ਤੇ ਕੁਝ ਵੀ ਨਹੀਂ ਹੋਣੀ। ਖੈਰ,
ਹੁਣ ਇਸ ਆਲੋਚਕ ਦੇ ਨਾਲ ਰਿਲੇਟਡ ਤੀਜੀ ਗੱਲ ਭਾਈ ਸਾਹਿਬ ਨੇ ਕਹੀ। ਭਾਈ ਸਾਹਿਬ ਕਹਿੰਦੇ ਨੇ ਇਹਨੂੰ ਪਕੜ ਕੇ ਗੁੱਟ ਤੋਂ ਚੰਦਨ ਦੇ ਦਰਖਤ ਕੋਲ ਲੈ ਜਾਓ ਔਰ ਚੰਦਨ ਦੇ ਦਰਖਤ ਕੋਲ ਲਿਜਾ ਕੇ ਉਹਨੂੰ ਕਹੋ ਵੀ ਵੇਖੋ ਇਹ ਚੰਦਨ ਦਾ ਰੁੱਖ, ਇਹਦੇ 'ਚ ਖੁਸ਼ਬੂ ਬੜੀ ਹੈ, ਦਵਾਈਆਂ ਵਿੱਚ ਵੀ ਪੈਂਦਾ ਹੈ। ਹੋਰ ਵੀ ਕਈ ਇਹਦੀਆਂ ਖਾਸੀਅਤ ਨੇ। ਉਹ ਕਹਿੰਦਾ ਵੀ ਸਾਰੀਆਂ ਗੱਲਾਂ ਠੀਕ ਨੇ ਪਰ ਇਹਨੂੰ ਸੱਪਾਂ ਨੇ ਲਪੇਟਿਆ ਹੋਇਆ ਹੈ। ਕਹਿੰਦੇ ਨੇ ਵੀ ਚੰਦਨ ਦੇ ਰੁੱਖ ਨੂੰ ਦੁਆਲਿਓਂ ਸੱਪਾਂ ਨੇ ਲਪੇਟਿਆ ਹੁੰਦਾ। ਅਸੀਂ ਜਿਸ ਤਰ੍ਹਾਂ ਅੱਖਾਂ ਸਾਹਮਣੇ ਮੰਜ਼ਰ ਲਿਆਉਂਦੇ ਹਾਂ ਵੀ ਉਹ ਬੜੇ ਵੱਡੇ ਵੱਡੇ ਮੋਟੇ ਮੋਟੇ ਉੱਚੇ ਉੱਚੇ ਰੁੱਖ ਹੋਣਗੇ, ਇਹ 15 ਕਿਲੋ ਤੋਂ ਜ਼ਿਆਦਾ ਨਹੀਂ ਹੁੰਦਾ। ਕੋਸ਼ਿਸ਼ ਕਰਕੇ ਵੀ ਵੱਧ ਤੋਂ ਵੱਧ ਅਸੀਂ ਇਹਦਾ weight 15 ਕਿਲੋ 16 ਕਿਲੋ 18 ਕਿਲੋ ਕਰ ਸਕਨੇ ਆ, ਇਹਦੋਂ ਜ਼ਿਆਦਾ ਨਹੀਂ ਹੁੰਦਾ। ਔਰ ਜਦੋਂ ਵਿਕਦਾ ਹੈ ਤੇ ਸੋਨੇ ਨੂੰ ਵੀ ਮਾਤ ਪਾ ਦਿੰਦਾ ਹੈ। ਹੁਣ ਭਾਈ ਸਾਹਿਬ ਕਹਿੰਦੇ ਨੇ ਇਸੇ ਪ੍ਰਕਾਰ ਨਿੰਦਕ ਦਾ ਹਾਲ ਹੈ ਵੀ ਉਹਦੇ ਕੋਲ ਕੋਈ ਤੁਸੀਂ ਵਿਅਕਤੀ ਖੜਾ ਕਰ ਦਿਓ, ਉਹਦੇ 'ਚ 10 ਗੁਣ ਨੇ, ਇੱਕ ਔਗਣ ਹੈ, ਉਹ ਇੱਕ ਔਗਣ ਦਾ ਮੈਂਸ਼ਨ ਕਰੇਗਾ, 10 ਗੁਣਾਂ ਦਾ ਜ਼ਿਕਰ ਹੀ ਨਹੀਂ ਕਰੇਗਾ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਮੋਰ ਦੇ ਸਾਰੇ ਖੰਭ, ਕਲਗੀ, ਅੱਖਾਂ, ਸਾਰਾ ਸਰੀਰ, ਸਾਰੀ ਬਣਤਰ ਬੜੀ ਸੋਹਣੀ ਹੈ। ਜੇ ਉਹਦੇ ਪੈਰ ਥੋੜੇ ਖੁਰਦਰੇ ਨੇ, ਭੱਦੇ ਨੇ, ਤੇ ਤਾਂ ਕੀ ਹੋਇਆ? ਸਾਨੂੰ ਇਹ ਉੱਕਾ ਨਹੀਂ ਕਹਿਣਾ ਚਾਹੀਦਾ ਵੀ ਮੋਰ ਤੇਰੇ ਪੈਰ ਬੜੇ ਪੈੜੇ ਨੇ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ। ਸੰਦਲ ਮੈਨੇ ਚੰਦਨ ਦਾ ਰੁੱਖ, ਅਤ ਕੋਮਲ ਕਮਲ ਜੈਸੇ। ਕੰਟਕ ਬਿਲੋਕ ਨਾ ਹੈ ਅਵਗਣ ਉਰ ਧਾਰੀਐ। ਉੱਥੇ ਕੰਟਕ ਤੋਂ ਸੈਂਸ ਹੈ, ਸੱਪਾਂ ਨੇ ਲਪੇਟਿਆ ਹੋਇਆ ਹੈ। ਇਸ ਕਰਕੇ ਸਾਨੂੰ ਚੰਦਨ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ, ਚੰਦਨ ਦਾ ਗੁਣ ਲੈਣਾ ਚਾਹੀਦਾ, ਤਾਰੀਫ ਕਰਨੀ ਚਾਹੀਦੀ ਹੈ। ਤੀਸਰੀ ਐਗਜ਼ਾਮਪਲ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਣਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ। ਅੰਬ ਮਿੱਠਾ ਵੀ ਹੈ, ਗੁਣਾਦੀ ਸਵਾਦੀ ਵੀ ਹੈ। ਅਸੀਂ ਉਹਦੇ 3 ਵੱਡੇ ਗੁਣ ਛੱਡ ਕੇ ਕਹੀਏ ਵੀ ਇਹ ਸਾਰਾ ਕੁਝ ਠੀਕ ਹੈ ਪਰ ਇਹਦੀ ਗਿਟਕ ਬੜੀ ਕੌੜੀ ਹੈ, ਇਦਾਂ ਨਹੀਂ ਕਰਨਾ ਚਾਹੀਦਾ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ। ਗੁਰੂ ਦਾ ਗਿਆਨ ਰੂਪੀ ਦਾਨ ਸਾਰਿਆਂ ਕੋਲੋਂ ਹੀ ਝੋਲੀ ਅੱਡ ਕੇ ਪਵਾ ਲੈਣਾ ਚਾਹੀਦਾ। ਸੰਤੋਖ ਸਿੰਘ ਨੇ ਇੰਜ ਕਿਉਂ ਲਿਖਿਆ, ਸੰਤੋਖ ਸਿੰਘ ਨੇ ਆਹ ਨਹੀਂ ਕੀਤਾ, ਸੰਤੋਖ ਸਿੰਘ ਨੇ ਉਹ ਨਹੀਂ ਕੀਤਾ। ਤੂੰ ਗੁਣ ਲੈ ਲੈ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪੇੜ ਮੱਲੀਐ। ਜਿੱਥੇ ਜਾਏ ਬਈਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ। ਉਹ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਵਾਸੁਲਾ ਮੈਨੇ ਡੱਬਾ। ਸਾਡੇ ਇੱਥੇ ਹੁਣ ਤੇ ਬੜੀਆਂ ਵੱਡੀਆਂ ਵੱਡੀਆਂ ਪਰਫਿਊਮ ਦੀਆਂ ਦੁਕਾਨਾਂ ਖੁੱਲੀਆਂ ਨੇ, ਨਵੀਂ ਨਵੀਂ ਕਿਸਮ ਦੇ ਪਰਫਿਊਮ ਨੇ। ਨਹੀਂ ਤੇ ਇਹ 2 ਭਾਈਚਾਰੇ ਸਨ, ਇਹ ਕਾਰੋਬਾਰ ਕਰਦੇ ਸਨ ਸਾਡੇ ਉੱਥੇ। ਇੱਕ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਅਵਤਾਰ ਕਹਿੰਦੇ ਸਨ, ਇਤਰ ਦਾ ਕੰਮ ਕਰਦੇ ਸਨ, ਤੇ ਇਤਰ ਦਾ ਕੰਮ ਕਰਨ ਵਾਲਿਆਂ ਨੂੰ ਉਹ ਅਵਤਾਰ ਕਹਿੰਦੇ ਸਨ। ਤੇ ਦੂਸਰੇ ਜਿਹੜੇ ਹਿੰਦੂ ਭਾਈਚਾਰੇ ਸਨ ਉਹ ਇਤਰ ਨੂੰ ਗੰਧ ਕਹਿੰਦੇ ਸਨ, ਸੁਗੰਧ। ਉਹਨਾਂ ਨੂੰ ਉੱਥੋਂ ਗਾਂਧੀ ਸ਼ਬਦ ਜਿਹੜਾ ਪ੍ਰਚਲਿਤ ਹੋਇਆ, ਇਹ ਵੀ ਮੈਂ ਬੇਨਤੀ ਕਰਦੇ ਹਾਂ। ਸੋ ਇਹ ਜਿਨ੍ਹਾਂ ਨੂੰ ਤੁਸੀਂ ਹੁਣ ਗਾਂਧੀ ਕਹਿੰਦੇ ਹੋ ਨਾ, ਇਹਨਾਂ ਦੀ ਗੋਤ ਹੈ ਕੌਲ। ਗੰਗੂ ਦੀ ਗੋਤ ਵੀ ਕੌਲ ਸੀ। ਇਹ ਖੋਜ ਕੀਤਿਆਂ ਪਤਾ ਲੱਗਾ ਵੀ ਇਹ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਹੈ ਨਾ, ਹਾਂਜੀ ਮੈਂ ਆਨਲਾਈਨ ਆ, ਮੈਂ 에ਅਰ ਦੇ ਉੱਤੇ ਆ, ਮੈਨੂੰ ਪਤਾ ਹੈ, ਮੈਂ ਹੋਸ਼ੋ-ਹਵਾਸ 'ਚ ਹਾਂ। ਖੋਜ ਕੀਤਿਆਂ ਪਤਾ ਲੱਗਾ ਵੀ ਗੰਗੂ ਦਾ ਹੀ ਵੰਸ਼ਜ ਸੀ ਪੰਡਿਤ ਜਵਾਹਰ ਲਾਲ ਨਹਿਰੂ। ਉਹਦੀ ਅੱਗੋਂ ਬੇਟੀ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਹਰਿਮੰਦਰ ਸਾਹਿਬ ਢਾਇਆ, ਸਿੱਖਾਂ ਦੀ ਕਤਲੋਗਾਰਤ ਕੀਤੀ। ਇੱਥੇ ਇੱਕ ਤੁਹਾਡੇ ਸੱਜਣ ਨੇ, ਬੜੇ ਵਿਦਵਾਨ ਸਕਾਲਰ ਨੇ, ਚੀਮਾ ਸਾਹਿਬ ਕਰਕੇ, ਉਹ ਮੈਨੂੰ ਹਫ਼ਤਾ ਪਹਿਲਾਂ 15 ਦਿਨ ਪਹਿਲਾਂ ਮਿਲੇ। ਉਹ ਸਾਰੇ ਐਵੀਡੈਂਸ ਕੱਢ ਕੇ ਲੈ ਆਏ। ਉਹ ਕਹਿਣ ਲੱਗੇ ਜਦੋਂ ਇੰਦਰਾ ਦੇ ਕੰਨਾਂ 'ਚ ਖਬਰ ਪਈ ਵੀ ਤੁਸੀਂ ਗੰਗੂ ਦੇ ਵੰਸ਼ਜ ਹੋ, ਉਹਨੇ 10 ਮੈਂਬਰੀ ਟੀਮ ਕਸ਼ਮੀਰ ਵਿੱਚ ਭੇਜੀ ਵੀ ਤਹਿਕੀਕਾਤ ਕਰਕੇ ਆਵੋ। ਉਹਨਾਂ ਨੇ ਉੱਥੇ ਐਨਾਲਿਸਿਸ ਕੀਤਾ ਤੇ ਹੌਲੀ ਜੀ ਕੰਨ 'ਚ ਆ ਕੇ ਕਿਹਾ ਵੀ ਇਹ ਜਿਹੜਾ ਗੰਗੂ ਨਾਲ ਤੁਹਾਨੂੰ ਜੋੜਦੇ ਨੇ, ਇਹ ਸਾਨੂੰ ਸਬੂਤ ਮਿਲ ਗਏ ਨੇ, ਤੁਸੀਂ ਗੰਗੂ ਦੇ ਵੰਸ਼ਜ ਹੋ। ਇਹ ਮੈਂ ਤੁਹਾਡੇ ਗਿਆਤ ਲਈ ਅਰਜ਼ ਕਰਦੇ ਹਾਂ। ਤੋ ਇਹ ਉੱਥੇ ਉਹ ਭਾਰਤ ਜੋੜੋ ਪ੍ਰਚਾਰ ਫੇਰੀ 'ਚੋਂ ਚੱਕੀ ਫਿਰਦੇ ਨੇ ਸਾਡੇ ਲੋਕ, ਉਹਦੇ ਨਾਲ ਫੋਟੋ
ਖਚਾਈ ਫਿਰਦੇ ਨੇ, ਤੇ ਕਈ ਕੁਛ ਤੇ ਇਹ ਸਮਝ ਲਓ ਵੀ ਇਹਨਾਂ ਦੀ ਬੈਕਗਰਾਉਂਡ ਕੀ ਹੈ, ਤੇ ਇਹਨਾਂ ਦਾ DNA ਕੀ ਹੈ, ਤੇ ਇਹਨਾਂ ਦਾ ਬਲੱਡ ਕਿਸ ਤਰ੍ਹਾਂ ਦਾ ਹੈ। ਜਿਹੜੇ ਗੰਧ ਦਾ ਕੰਮ ਕਰਦੇ ਸਨ ਉਹ ਗਾਂਧੀ, ਤੇ ਜਿਹੜੇ ਮੁਸਲਮਾਨ ਭਾਈਚਾਰੇ 'ਚ ਕਰਦੇ ਸਨ ਉਹ ਅਵਤਾਰ ਅਖਵਾਉਣ ਲੱਗ ਪਏ। ਉਹ ਨਾ ਸੰਗਤ ਜੀ ਛੋਟੇ ਛੋਟੇ ਡੱਬੇ, ਬਹੁਤ ਵੱਡੇ ਨਹੀਂ, ਛੋਟੀ ਜੀ ਸ਼ੀਸ਼ੀ ਹੁੰਦੀ ਸੀ, ਉਹਦੇ ਵਿੱਚ ਸ਼ੀਸ਼ੀਆਂ ਰੱਖ ਕੇ ਐਦਾਂ ਲਮਕਾ ਕੇ ਗਲੀਆਂ ਵਿੱਚ ਉਹਨਾਂ ਫੇਰਾ ਦੇਣਾ, ਇਤਰ ਲੈ ਲਓ, ਇਤਰ ਲੈ ਲਓ, ਗੰਧ ਲੈ ਲਓ, ਗੰਧ ਲੈ। ਲੋਕਾਂ ਨੇ ਆਖਣਾ ਲਿਆ ਵੀ ਵਿਖਾ ਭਾਈ, ਤਾਂ ਉਹਨੇ ਕੱਢ ਕੇ ਡੱਬਾ ਖੋਲ ਕੇ ਵਿੱਚੋਂ ਇਤਰ ਖੋਲ ਕੇ ਥੋੜਾ ਥੋੜਾ ਇਦਾਂ ਲਗਾ ਕੇ ਲੋਕਾਂ ਸੁੰਘਣਾ, ਜੇ ਚੰਗਾ ਲੱਗਣਾ ਤੇ ਖਰੀਦ ਲੈਣਾ, ਜੇ ਨਾ ਚੰਗਾ ਲੱਗਣਾ ਤਾਂ ਉਹਨੂੰ ਕਹਿਣਾ ਬਈ ਆਪਣੇ ਡੱਬੇ 'ਚ ਰੱਖ ਲੈ। ਹੁਣ ਉਹਦਾ ਕਤਲ ਥੋੜਾ ਕਰਨਾ ਵੀ ਤੇਰਾ ਇਤਰ ਠੀਕ ਨਹੀਂ ਤੇ ਤੈਨੂੰ ਹੁਣ ਮਾਰ ਦੇਣਾ। ਇਤਰ ਠੀਕ ਲੱਗਦਾ ਤੇ ਖਰੀਦ ਲਓ, ਨਹੀਂ ਠੀਕ ਲੱਗਦਾ ਤੇ ਵਾਪਸ ਉਹਦੇ ਡੱਬੇ 'ਚ ਰੱਖ ਦਿਓ। ਡੱਬੇ ਨੂੰ ਮਹਾਰਾਜ ਵਾਸੁਲਾ ਕਹਿ ਰਹੇ ਨੇ। ਗੁਣਾ ਕਾ ਹੋਵੇ ਵਾਸੁਲਾ, ਹਰ ਵਿਅਕਤੀ ਗੁਣਾ ਤੇ ਔਗਣਾ ਦਾ ਇੱਕ ਡੱਬਾ ਹੈ। ਔਰ ਜਦੋਂ ਵੀ ਕੋਈ ਸਾਡੇ ਸੰਪਰਕ ਵਿੱਚ ਆਉਂਦਾ ਹੈ, ਤੁਸੀਂ ਉਹਦੇ ਕੋਲ ਗੁਣ ਲੈ ਲਓ, ਉਹਦੇ ਔਗਣ ਉਹਦੇ ਕੋਲ ਰਹਿਣ ਦਿਓ। ਰੂਹੇ ਜ਼ਮੀਨ ਤੇ ਤੁਹਾਨੂੰ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਜਿਹਦੇ 'ਚ ਗੁਣ ਤੇ ਹੋਣ, ਔਗਣ ਹੋਵੇ ਕੋਈ ਨਾ। ਇਹ ਕਿੱਦਾਂ ਹੋ ਸਕਦਾ ਜੀ? ਸਗੋਂ ਵੇਖਣ ਵਿੱਚ ਇਹ ਆਇਆ ਵੀ ਜਿੱਡਾ ਵੱਡਾ ਸਕਿੱਲ ਹੁੰਦਾ ਹੈ ਨਾ, ਜਿੱਡਾ ਵੱਡਾ ਫਨ ਹੁੰਦਾ ਹੈ, ਜਿੱਡਾ ਵੱਡਾ ਬੰਦੇ 'ਚ ਗੁਣ ਹੁੰਦਾ ਹੈ, ਓਡਾ ਹੀ ਵੱਡਾ ਨਾਲ ਔਗਣ ਵੀ ਹੁੰਦਾ ਜੀ। ਇਹ ਵੀ ਮੈਂ ਬੇਨਤੀ ਕਰਦੇ ਹਾਂ। ਇਹ ਗੱਲ ਵੱਖਰੀ ਹੈ ਵੀ ਕਈ ਵਾਰ ਉਹ ਟੱਕਿਆ ਰਹਿੰਦਾ ਗੁਣ ਕਰਕੇ, ਪਰ ਜਿੱਡਾ ਵੱਡਾ ਗੁਣ ਹੁੰਦਾ ਨਾਲ ਓਡਾ ਹੀ ਵੱਡਾ ਔਗਣ ਹੁੰਦਾ। ਗੁਣ ਲੈ ਲੈਣਾ ਚਾਹੀਦਾ, ਔਗਣ ਨੂੰ ਲੈ ਕੇ ਵਾਦ-ਵਿਵਾਦ ਨਹੀਂ ਖੜਾ ਕਰਨਾ। ਲੱਭਦਾ ਕੁਛ ਵੀ ਨਹੀਂ, ਫਿਰ ਨਾ ਗੁਣ ਮਿਲਦਾ ਨਾ ਔਗਣ ਮਿਲਦਾ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਜੇ ਸੱਜਣ ਵਿੱਚ ਗੁਣ ਹੈ ਤੇ ਗੁਣਾਂ ਨੂੰ ਲੈ ਕੇ ਸਾਂਝ ਕਰ ਲਓ, ਨਹੀਂ ਤੇ ਕਿਨਾਰਾ ਕਰ ਜਾਓ। ਸਾਂਝ ਕਰੀਜੈ, ਜੀ ਹਾਂ ਸਾਂਝ ਕਰਨੀ ਚਾਹੀਦੀ ਹੈ। ਗੁਣਾ ਕੇਰੀ ਔਰ ਛੋੜ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪੇੜ ਮੱਲੀਏ। ਔਰ ਜਿੱਥੇ ਜਾਏ ਬਈਏ ਭਲਾ ਕਹੀਏ ਦੇ ਅਰਥ ਤੇ ਅਸੀਂ ਇਹ ਕਰਨੇ ਆ ਵੀ ਮੰਨ ਲਿਆ ਕਿਸੇ ਵੀ ਪਲੇਸ ਤੇ ਕਿਸੇ ਦੇ ਘਰ ਗਏ ਆ, ਕਿਸੇ ਸੰਸਥਾ 'ਚ ਗਏ ਆ, ਤੇ ਉੱਥੇ ਕੋਈ ਕਮੀ ਪੇਸ਼ੀ ਹੈ ਵੀ ਤੇ ਕਵੋ ਨਾ, ਸਗੋਂ ਕਵੋ ਵੀ ਭਲਾ ਹੈ। ਨਹੀਂ, ਇਹਦੇ ਅਰਥ ਇਹ ਬਿਲਕੁਲ ਵੀ ਨਹੀਂ। ਜਿੱਥੇ ਜਾਏ ਬਈਏ ਭਲਾ ਕਹੀਏ, ਜਿੱਥੇ ਵੀ ਜਾਈਏ ਨਾਮ ਜ਼ਰੂਰ ਜਪੀਏ। ਸਭ ਤੋਂ ਭਲਾ ਕੰਮ ਤੇ ਇਹੀ ਹੈ। ਝੋਲ ਅੰਮ੍ਰਿਤ ਪੀਜੈ, ਨਾਮ ਰੂਪੀ ਅੰਮ੍ਰਿਤ ਪੀਵੀਏ। ਔਰ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤੁਕਾਰੀਐ। ਸਾਨੂੰ ਕਿਤਿਓਂ ਵੀ ਗੁਰੂ ਦਾ ਗਿਆਨ ਮਿਲੇ, ਝੋਲੀ ਅੱਡ ਕੇ ਪਵਾ ਲੈਣਾ ਚਾਹੀਦਾ। ਉੱਥੇ ਆਲੋਚਨਾ ਨਹੀਂ ਕਰਨੀ ਚਾਹੀਦੀ, ਨਿੰਦਾ ਨਹੀਂ ਕਰਨੀ ਚਾਹੀਦੀ। ਇਤਿਹਾਸਕਾਰ ਗਿਆਨੀ ਸੰਤੋਖ ਸਿੰਘ ਹੁਣਾਂ ਨੇ ਜਿਸ ਕਦਰ ਮਿਹਨਤ ਨਾਲ ਸਤਿਗੁਰੂ ਜੀ ਦੇ ਇਤਿਹਾਸ ਦੀ ਸੇਵਾ ਕੀਤੀ ਹੈ, ਸੋ ਉਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ। ਸੋ ਆਓ ਹੁਣ ਗੁਰੂ ਰੂਪ ਸਾਧ ਸੰਗਤ ਜੀ, ਜੋ ਗੁਰ ਇਤਿਹਾਸ ਦਾ ਸੁਨਹਿਰਾ ਪੰਨਾ ਹੈ, ਮੈਂ ਤੁਹਾਡੀ ਤਵੱਜੋ ਉਸ ਪਾਸੇ ਦਵਾਵਾਂ। ਜਿਤਨੇ ਕੁ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ, ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰੀ ਸਾਰੇ ਪਿਆਰ ਨਾਲ ਗੁਰੂ ਮੰਤਰ ਦਾ ਉਚਾਰਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਹੀ ਬੇਨਤੀ ਪ੍ਰਵਾਨ ਕਰਕੇ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰ ਕੀ ਗਾਥਾ ਸ਼ੁਭ ਗੰਗਾ। ਸ੍ਰੀ ਗੁਰੂ ਜੀ ਦੀ ਜੋ ਕਥਾ ਹੈ ਉਹ ਗੰਗਾ ਦੀ ਨਿਆਈ ਹੈ। ਗੁਰੂ ਕੀ ਸੰਗਤ, ਸਾਡੇ ਦੇਸ਼ ਵਿੱਚ ਗੰਗਾ ਨੂੰ ਪਵਿੱਤਰ ਨਦੀ ਮੰਨਿਆ ਜਾਂਦਾ ਹੈ। ਇਸ ਵਾਸਤੇ ਗੰਗਾ ਦੀ ਉਦਾਹਰਨ ਦਿੱਤੀ ਜਾਂਦੀ ਹੈ। ਮੈਂ ਕੱਲ ਬੇਨਤੀ ਕੀਤੀ ਸੀ ਵੀ ਸਾਡੇ ਘਰ ਵਿੱਚ ਗੰਗਾ ਜਲ ਕੌਮਾ ਗੁਰ ਗੋਬਿੰਦ ਨਾਮ, ਸਾਡੇ ਵਾਸਤੇ ਅਕਾਲ ਪੁਰਖ ਦਾ ਸਿਮਰਨ ਹੀ ਗੰਗਾ ਜਲ ਹੈ। ਵੈਸੇ ਇਸ ਗੰਗਾ ਬਾਰੇ ਕੁਝ ਹੋਰ ਵੀ ਵਿਚਾਰ ਨੇ। ਪਾਣੀਪਤ ਵਾਲਾ ਹਾਲੀ ਸ਼ਾਇਰ ਜਿਹੜਾ ਸੀ ਨਾ, ਉਹਨੇ ਕਿਸੇ ਜ਼ਮਾਨੇ 'ਚ ਇੱਕ ਸ਼ੇਰ ਕਿਹਾ ਸੀ। ਉਹ ਕਹਿੰਦਾ ਹੁੰਦਾ ਸੀ, ਇਹ ਦੀਨੇ ਹਜ਼ਾਜ਼ੀ ਕਾ ਬੇਬਾਕ ਬੇੜਾ ਨ ਜ਼ੇਹੂੰ ਮੈਂ ਅਟਕਾ ਨ ਸੇਹੂੰ ਮੈਂ ਠਹਿਰਾ, किए थे पार जिसने सातों समंदर वो डूबा दहाने में गंगा के आकर। वो कहता साडे इस्लाम दा बेड़ा कित्थों चलिया, अरब विचों मिड एशिया विचों हुंदा होया किधर घुमदा घमांदा
ਉਹ ਸਾਰੇ ਰੇਗਿਸਤਾਨ ਪਾਰ ਕਰ ਮੀਨ ਵੀ ਜਿੱਧਰੋਂ ਦੀ ਲੰਘਿਆ ਲੋਕਾਂ ਨੂੰ ਇਸਲਾਮ ਧਾਰਨ ਕਰਾਂਦਾ ਗਿਆ, ਇਸਲਾਮ ਧਾਰਨ ਕਰਾਂਦਾ ਗਿਆ। ਇਹ ਦੀਨੇ ਹਜ਼ਾਜ਼ੀ ਕਾ ਬੇਬਾਕ ਬੇੜਾ, ਬੇਬਾਕ ਜਿਹਨੂੰ ਕੋਈ ਡਰ ਨਾ ਹੋਵੇ, ਵਾਕਈ ਉਹ ਬੜੇ ਨਿਡਰ ਨੇ। ਅਸੀਂ ਤੇ ਅਜੇ ਮੁਸੀਬਤ 5 ਕੋਹ ਦੂਰ ਹੋਵੇ ਸਾਡੇ ਬੁੱਲਾਂ ਤੇ ਸਿਕਰੀ ਆ ਜਾਂਦੀ ਹੈ। ਉਹਨਾਂ ਨੇ ਉੱਥੇ ਭਾਰਤ ਵਿੱਚ ਯੂਪੀ ਦੇ ਸਹਾਰਨਪੁਰ ਡਿਸਟ੍ਰਿਕਟ 'ਚ ਇੱਕ ਸੰਸਥਾ ਬਣਾਈ ਹੈ ਦੇਵਬੰਦ। ਤੁਸੀਂ ਉੱਥੇ ਜਾਓ ਨਾ ਤੇ ਸੰਗਤ ਜੀ ਆਪਣੇ ਆਪ ਦੇ ਉੱਤੇ ਸ਼ਰਮ ਆਉਂਦੀ ਹੈ। ਤੁਸੀਂ ਕਹੋਗੇ ਕਿਉਂ ਸ਼ਰਮ ਆਉਂਦੀ ਹੈ? ਇਤਨਾ ਜ਼ਬਰਦਸਤ ਪ੍ਰਬੰਧ ਹੈ, ਸੁਣ ਕੇ ਤੁਸੀਂ ਸ਼ਾਇਦ ਬਲੀਵ ਨਾ ਕਰੋ। ਕਮ ਸੇ ਕਮ ਇਸ ਵੇਲੇ 40 ਤੋਂ 50 ਹਜ਼ਾਰ ਜਿਹੜਾ ਪ੍ਰਚਾਰਕ ਹੈ ਉਹ ਤਿਆਰ ਹੋ ਰਿਹਾ ਹੈ, ਔਰ ਉਹ ਬੈਚ ਜਿਵੇਂ ਹੀ ਨਿਕਲਣਾ ਹੈ ਉਨਾ ਹੀ ਨਫਰੀ ਵਿੱਚ ਅਗਲਾ ਬੈਚ ਜਿਹੜਾ, ਔਰ ਟ੍ਰੇਨਿੰਗ ਪਤਾ ਕਿੰਨੇ ਚਿਰ ਦੀ ਹੈ? ਸਧਾਰਨ ਮੁੱਲਾਂ ਲੱਗਣ ਲਈ 8 ਸਾਲ ਦੀ ਟ੍ਰੇਨਿੰਗ ਹੈ। ਕਿਸੇ ਬਹੁਤ ਵੱਡੀ ਮਸਜਿਦ ਵਿੱਚ ਜਾ ਕੇ ਇਮਾਮ ਲੱਗਣਾ ਹੈ ਤੇ ਇੱਕ ਈਰਾਨ ਵਿੱਚ ਸੰਸਥਾ ਹੈ, 8 ਸਾਲ ਇੱਥੇ ਲਾ ਕੇ 5 ਸਾਲ ਫਿਰ ਉੱਥੇ ਜਾ ਕੇ ਲਾਣੇ ਪੈਣਗੇ। ਔਰ ਜਦੋਂ ਉਹਨੇ ਨਿਕਲਣਾ ਸਾਰੀ ਕੁਰਾਨ ਸ਼ਰੀਫ ਜ਼ੁਬਾਨੀ ਕੰਠ ਹੈ, ਔਰ ਜਦੋਂ ਬੋਲਦੇ ਨੇ ਇਸ ਤਰ੍ਹਾਂ ਜਿਵੇਂ ਮੂੰਹ ਚੋਂ ਫੁੱਲ ਕਰ ਰਹੇ ਹੁੰਦੇ ਨੇ। ਔਰ ਸਾਡੇ ਜਿਹਦਾ ਮਰਜ਼ੀ ਦਿਲ ਕਰੇ ਦਰਜੀ ਨੂੰ ਜਾ ਕੇ ਇਹਦੇ ਵਿੱਚ ਲੰਮਾ ਜਿਹਾ ਝੱਗਾ ਸਿਉਂਦੇ, ਇੱਕ ਪਜਾਮਾ ਸਿਉਂਦੇ ਮੈਂ ਬਾਬਾ ਬਣਨਾ, ਉਹ ਸਿਉਂ ਦਿੰਦੇ ਨੇ। ਫਿਰ ਕੱਪੜੇ ਵੇਖ ਕੇ ਅਸੀਂ ਆਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਂ ਕੋਈ MLA ਵਾਕਮ ਹੋਣਾ ਚਾਹੀਦਾ, SGPC ਮੈਂਬਰ, ਜਾਂ ਕਿਸੇ ਚੈਨਲ ਨੂੰ ਕਿੱਲਾ 2 ਕਿੱਲੇ ਪੈਲੀ ਵੇਚ ਕੇ ਰੁਪਈਏ ਦੇ ਦਿਓ, ਹਾਈਲਾਈਟ ਕਰ ਦਿੰਦਾ। ਜੈ ਜੈਕਾਰ, ਕਿੱਡਾ ਸੌਖਾ ਕੰਮ ਹੈ। ਉਹਨਾਂ ਨੂੰ ਪੁੱਛਿਆ ਵੀ ਕੰਮ ਚੱਲਦਾ ਕਿਸ ਤਰ੍ਹਾਂ ਹੈ? ਤੁਹਾਡੇ ਰਾਸ਼ਟਰ ਨੇ, ਤੁਹਾਡੇ ਦੇਸ਼ ਨੇ, ਉਹ ਸਰਕਾਰੀ ਖਜ਼ਾਨੇ 'ਚੋਂ ਮਾਇਆ ਭੇਜਦੇ ਹੋਣਗੇ। ਉਹ ਕਹਿਣ ਲੱਗੇ ਅਸੀਂ ਸਿੰਗਲ ਪੈਨੀ ਵੀ ਨਹੀਂ ਲੈਂਦੇ। ਇੱਕ ਮੁਸਲਮਾਨ ਮੋਚੀ ਹੈ ਉਹਦਾ ਜ਼ਕਾਤ ਆ ਰਿਹਾ, ਇੱਕ ਦਰਜੀ ਹੈ ਉਹਦਾ ਜ਼ਕਾਤ ਆ ਰਿਹਾ, ਇੱਕ ਠੇਲਾ ਖਿੱਚ ਰਿਹਾ ਉਹਦਾ ਜ਼ਕਾਤ ਆ ਰਿਹਾ, ਇੱਕ ਦਿਹਾੜੀ ਲਾ ਰਿਹਾ ਉਹਦਾ ਜ਼ਕਾਤ ਆ ਗਿਆ। ਅਮੀਰ ਦਾ ਵੀ ਜ਼ਕਾਤ ਆ ਰਿਹਾ ਹੈ, ਗਰੀਬ ਦਾ ਵੀ ਜ਼ਕਾਤ ਆ ਰਿਹਾ ਹੈ, ਮਿਡਲ ਦਾ ਵੀ ਜ਼ਕਾਤ ਆ ਰਿਹਾ ਹੈ। 40ਵਾਂ ਹਿੱਸਾ ਹਰ ਮੁਸਲਮਾਨ ਆਪਣੀ ਕਿਰਤ ਵਿੱਚੋਂ ਕੱਢ ਕੇ ਇੱਥੇ ਭੇਜਦਾ ਹੈ, ਔਰ ਇਹ ਅਦਾਰਾ ਚੱਲ ਰਿਹਾ। ਜਦੋਂ ਮਿਸ਼ਨਰੀ ਕਾਲਜ ਵਾਲੇ ਟੀਮ ਗਈ ਉੱਥੇ ਕੁਝ ਸਿੱਖਣ ਦੀ ਬਿਰਤੀ ਨਾਲ, ਉਦੋਂ 350 ਪ੍ਰੋਫੈਸਰ ਸੀ। ਔਰ ਇਸ ਕੋਰਸ ਦੇ ਦਰਮਿਆਨ BTech ਵੀ ਬੱਚੇ ਕਰ ਸਕਦੇ ਨੇ, MBBS ਵੀ ਕਰ ਸਕਦੇ ਨੇ, ਕੋਈ ਹੋਰ ਉਹ ਚੂਜ਼ ਕਰ ਸਕਦੇ ਨੇ, ਉਹਨਾਂ ਦੀ ਮਰਜ਼ੀ ਹੈ। ਔਰ ਸੰਗਤ ਜੀ ਜਿਸ ਵੇਲੇ ਵੇਖਿਆ ਵੀ ਲੰਗਰ ਕਿਵੇਂ ਪੂਰਾ ਹੁੰਦਾ ਹੈ, ਤੁਸੀਂ ਬਲੀਵ ਨਹੀਂ ਕਰੋਗੇ, 1.5-2 ਕਿਲੋਮੀਟਰ ਲੰਮੀ ਤੰਦੂਰਾਂ ਦੀ ਲਾਈਨ, ਤੰਦੂਰ ਲੱਗੇ ਹੋਏ ਨੇ, ਔਰ ਸੈਂਕੜੇ ਬੰਦੇ ਉੱਥੇ ਲੱਗੇ ਹੋਏ ਨੇ। ਕੋਈ ਆਟਾ ਗੁੰਨ ਰਿਹਾ, ਕੋਈ ਰੱਖ ਰਿਹਾ, ਕੋਈ ਪਕਾ ਰਿਹਾ, ਕੋਈ ਵਰਤਾ ਰਿਹਾ, ਲੈਣਾ ਲੱਗੀਆਂ ਹੋਈਆਂ ਇਸ ਕਦਰ। ਵਾਕਈ ਉਹ ਬੇਬਾਕ ਲੋਕ ਨੇ। ਫਿਰ ਜਿਹੜੇ ਨਕਸ਼ੇ ਟੰਗੇ ਨੇ 3 ਕਿਸਮ ਦੇ ਕਲਰ, ਇੱਕ ਗ੍ਰੀਨ ਹੈ, ਦੂਸਰਾ ਯੈਲੋ ਹੈ, ਤੀਸਰਾ ਰੈੱਡ ਹੈ। ਉਹਨਾਂ ਨੂੰ ਪੁੱਛਿਆ ਵੀ ਇਹਦਾ ਮਤਲਬ, ਕਹਿੰਦੇ ਜਿੱਥੇ ਗ੍ਰੀਨ ਹੈ ਉੱਥੇ ਆਲਰੇਡੀ ਇਸਲਾਮ ਹੈਗਾ, ਜਿੱਥੇ ਯੈਲੋ ਹੈ ਉੱਥੇ ਅਸੀਂ ਟਿਕੇ ਹੋਏ ਹਾਂ, ਫੋਕਸ ਕਰ ਰਹੇ ਹਾਂ, ਔਰ ਜਿਹੜਾ ਰੈੱਡ ਏਰੀਆ ਹੈ ਉਹ ਸਾਡੇ ਧਿਆਨ ਵਿੱਚ ਹੈ, ਉੱਥੇ ਅਸੀਂ ਕੁਝ ਕਰਨਾ ਹੈ, ਯਾਨੀ ਪੂਰੀ ਗਲੋਬਲ ਨੂੰ ਇਸਲਾਮ ਵਿੱਚ ਲਿਆਉਣਾ। ਕਹਿੰਦੇ ਨੇ ਵੀ ਗਿੱਦੜ ਮਾਰਨਾ ਹੋਵੇ ਨਾ ਤੇ ਸਾਮਾ ਸ਼ੇਰ ਦੇ ਮਾਰਨ ਦਾ ਕਰਨਾ ਚਾਹੀਦਾ। ਕਮ ਸੇ ਕਮ ਉਹ ਇਹ ਚਾਹ ਰੱਖਦੇ ਨੇ ਵੀ ਅਸੀਂ ਇਸ ਤਰ੍ਹਾਂ ਕਰਨਾ ਹੈ। ਤੇ ਸਾਡੀ ਸਾਰੀ ਦੌੜ ਕਿੱਥੇ ਹੁੰਦੀ ਹੈ ਵੀ ਉੱਥੇ ਦਰਬਾਰ ਸਾਹਿਬ ਜਾਣਾ ਹੈ, ਪਹਿਲਾਂ ਤਾਂ ਮੈਨੂੰ AC ਵਾਲਾ ਕਮਰਾ ਮਿਲ ਜਾਏ, ਫਿਰ ਇੱਕ ਛੋਟੀ ਜੀ ਬਾਲਟੀ 'ਚ ਸੇਵਾਦਾਰ ਨੇ ਦਾਲ ਪਾਈ ਹੋਵੇ, ਨਾਲ ਪ੍ਰਸ਼ਾਦੇ ਹੋਣ, ਉਹ ਲੈ ਕੇ ਆ ਜਾਏ ਤੇ ਬਸ ਮੇਰਾ ਜੀਵਨ ਸਫਲ ਹੋ ਗਿਆ। ਤੇ ਜਿਹੜੇ ਅਸੀਂ ਪ੍ਰਚਾਰ ਕਰਨ ਆਉਂਦੇ ਹਾਂ ਬਈ ਹੁਣ ਲੱਗ ਗਿਆ ਵੀਜ਼ਾ, ਹੁਣ ਜਾਾਂਗੇ ਕੈਨੇਡਾ, ਉੱਥੇ ਖਾਂਗੇ ਪੀਜ਼ਾ, ਸਾਡਾ ਵੀ ਜੀਵਨ ਸਫਲ ਹੋ ਗਿਆ। ਉਹਲਾ ਹੱਲ ਪੰਜਾਲੀ ਦਾ, ਰਲ ਮਿਲ ਕੇ ਝੁੱਗਾ ਗਾਲੀ ਦਾ। ਉਹਨਾਂ ਦੇ ਮੁਕਾਬਲੇ ਤੇ ਹੁੱਬ ਸਾਡੀ 0 ਹੈ, ਚਾਹ ਸਾਨੂੰ ਹੈ ਹੀ ਕੋਨੀ ਗਾ। ਔਰ ਫਿਰ ਕਹਿਣਾ ਵੀ ਨਹੀਂ ਕਥਾ ਤੇ ਵਧੀਆ ਕਰਦਾ, ਸਖਤ ਬੜਾ, ਵੀ ਸਖਤੀ ਨਾ ਕਰਾਂ ਤੇ ਹੋਰ ਕੀ ਕਰਾਂ, ਸਾਨੂੰ ਤੇ ਅਜੇ ਬਹਿਣਾ ਵੀ ਨਹੀਂ ਆਇਆ। ਅਸੀਂ ਲੋਕਾਂ ਨੂੰ ਕੀ ਮਨਾ ਕਰਨਾ, ਅਸੀਂ ਆਪ ਗੱਲਾਂ ਕਰਨ ਲੱਗ ਪਏ ਨੇ। ਫਿਰ ਕਹਿੰਦੇ ਚਲੋ ਬੋਲਦਾ ਉਸ ਤਰ੍ਹਾਂ ਵਧੀਆ, ਪਰ ਨਾ ਸਖਤ ਬੜਾ। ਉਹ ਭਲੇ ਹੋਏ ਸਖਤੀ ਹੈ ਤੇ ਥੋੜਾ ਬਹੁਤਾ ਕੰਟਰੋਲ ਹੈ। ਤੇ ਜੇ ਮੇਰੇ ਵਰਗੇ ਵਿਰਲੇ ਕਮਲੇ ਵੀ ਆਉਣੇ ਬੰਦ ਹੋ ਗਏ ਤੇ ਫਿਰ ਤੇ ਇੱਥੇ ਦਗੜ ਹੋਵੇ ਕਰੇਗੀ। ਫਿਰ ਤੁਸੀਂ ਯਾਦ ਕਰੋਗੇ ਵੀ ਉਹ ਸਖਤੀ ਜਿਹੜੀ ਸੀ ਉਹ ਥੋੜਾ ਬਹੁਤਾ ਉਹਦੇ ਨਾਲ ਪੋਜ਼ਿਟਿਵ ਮਾਹੌਲ ਬਣਦਾ ਸੀ। ਖੈਰ, ਇਹ ਦੀਨੇ ਹਜ਼ਾਜ਼ੀ ਕਾ ਬੇਬਾਕ ਬੇੜਾ। ਪਾਣੀਪਤ ਵਾਲਾ ਹਾਲੀ ਸ਼ਾਇਰ ਹਲ ਵਾਹੁੰਦਾ ਹੁੰਦਾ ਸੀ ਤੇ ਸ਼ਾਇਰੀ ਵੀ ਕਰਦਾ ਸੀ, ਉਹ ਆਪਣੇ ਨਾਲ ਹਾਲੀ ਲਾਂਦਾ ਸੀ। ये दीने हजाजी का बेबाक बेड़ा, न जेहू में अटका न सेहू में ठहरा। ना इनू कोई रेगिस्तान रोक सकिया, ना कोई इनू समंदर रोक सकिया। किनू जी? इस्लाम दे बेड़े ने। किए थे पार जिसने सातों समंदर, वो डूबा दहाने में गंगा के आकर।
ਉਹ ਕਹਿੰਦਾ ਵੀ ਇਹ ਜਿਹੜੀ ਹਿੰਦੂਇਜ਼ਮ ਦੀ ਗੰਗਾ ਹੈ ਬੜੀ ਖਤਰਨਾਕ ਹੈ। ਸਾਡੇ ਇਸਲਾਮ ਦਾ ਬੇੜਾ ਇੱਥੇ ਆ ਕੇ ਡੁੱਬ ਗਿਆ, ਬੌਧਿਜ਼ਮ ਦਾ ਬੇੜਾ ਇੱਥੇ ਆ ਕੇ ਡੁੱਬ ਗਿਆ, ਜੈਨਿਜ਼ਮ ਕਰੀਬ ਖਤਮ ਹੈ, ਔਰ ਸਿੱਖਇਜ਼ਮ ਨੂੰ ਇਉਂ ਉਹਨਾਂ ਨੇ ਬਗਲਗੀਰ ਕੀਤਾ ਹੋਇਆ ਹੈ। ਹੁਣ ਪਤਾ ਨਹੀਂ ਕਿੱਦਣ ਦੋਹਾਂ ਹੱਥਾਂ ਨੂੰ ਇਉਂ ਗ੍ਰਿਪਿੰਗ ਕਰਕੇ ਉਹਨਾਂ ਨੇ ਰਾਸ਼ਟਰ ਵਾਂਗੂ ਘੁੱਟਣਾ ਹੈ, ਝਪੀਟ ਕੇ, ਤੇ ਹੱਡੀਆਂ ਚਰਮਰਾ ਜਾਣੀਆਂ ਨੇ, ਚਰ ਕਰਕੇ ਸਾਰੀ ਛਾਤੀ ਇਕੱਠੀ ਕਰ ਦੇਣੀ ਹੈ। ਪੂਰੇ ਸ਼ਿਕੰਜੇ ਵਿੱਚ ਉਹਨਾਂ ਨੇ ਲਿਆ ਹੋਇਆ ਹੈ। ਉਹ ਫਿਜ਼ੀਕਲੀ ਵੀ ਮਾਰ ਕਰਦੇ ਨੇ ਔਰ ਸਿਧਾਂਤ ਦੇ ਉੱਤੇ ਉਹ ਬੜੀ ਚੋਟ ਕਰਦੇ ਨੇ, ਔਰ ਬੜੇ ਸਿਸਟੇਮੈਟਿਕਲੀ ਢੰਗ ਦੇ ਨਾਲ ਉਹ ਕੰਮ। ਗੱਲ ਚੱਲਦੀ ਵਿੱਚ ਮੈਨੂੰ ਯਾਦ ਆ ਗਿਆ, ਮੈਂ ਦੱਸ ਦਿਆਂ। ਕਈ 100 ਰਿਟਾਇਰ IAS ਤੇ IPS ਅਫਸਰ, ਬੜੀ ਲੰਬੀ, ਕਈ ਕਿਲੋਮੀਟਰ ਲੰਬੀ ਇੱਕ ਕਤਾਰ ਹੈ, VVIP ਅਕਾਮੋਡੇਸ਼ਨ ਹੈ ਨਾਗਪੁਰ 'ਚ, 2-2 ਏਕੜ ਵਿੱਚ ਇੱਕ ਬੰਦੇ ਦੀ ਰਿਹਾਇਸ਼ ਹੈ। 20-30 ਬੰਦੇ ਇੱਕ ਰਿਟਾਇਰ ਅਫਸਰ ਨੂੰ ਮਿਲੇ ਹੋਏ ਨੇ। ਇੱਕੋ ਹੀ ਕੰਮ ਹੈ ਸਾਰਿਆਂ ਦਾ ਵੀ ਦਿਨ ਰਾਤ ਸੋਚਣਾ ਹੈ ਵੀ ਹਿੰਦੂ ਹਿੰਦੁਸਤਾਨ ਕਿਵੇਂ ਲਾਗੂ ਕਰਨਾ ਹੈ, ਮਾਈਨੋਰਿਟੀ ਨੂੰ ਨੇਸਤੋ ਨਾਬੂਦ ਕਿਵੇਂ ਕਰਨਾ ਹੈ। ਔਰ ਉਹਦੇ ਮੁਕਾਬਲੇ ਤੇ ਅਸੀਂ ਇਹਦੇ 'ਚ ਹੀ ਬੜੇ ਖੁਸ਼ ਹਾਂ ਵੀ ਉੱਥੇ ਮੈਂ ਗਿਆ ਤੇ ਕਮਰਾ ਮਿਲ ਗਿਆ ਤੇ ਉਹ ਇੱਦਾਂ ਹੋ ਗਿਆ। ਤੇ ਉਹ ਫਿਰ ਦਾਸ ਨੂੰ ਕਹਿਣ ਲੱਗੇ ਵੀ ਉੱਥੇ ਆਇਓ, ਫਿਰ ਉੱਥੇ ਦਾਸ ਨੂੰ ਉਹਨਾਂ ਨੇ ਸਰੋਪਾ ਦਿੱਤਾ ਤੇ ਚਲੋ ਦਾਸ ਵੀ ਰਾਜੀ ਤੇ ਉਹ ਵੀ ਰਾਜੀ। ਗਲਤ ਹੱਥਾਂ ਵਿੱਚ ਕਮਾਂਡ ਹੈ ਕੌਮ ਦੀ, ਨਿਹਾਇਤ ਗਲਤ ਹੱਥਾਂ ਵਿੱਚ। ਪਿਛਲੇ 10, 15, 20, 25 ਸਾਲ ਵਿੱਚ ਜੋ ਕੌਮ ਦਾ ਇੱਕ ਸਿੱਖ ਪਰਿਵਾਰ ਨੇ ਨੁਕਸਾਨ ਕੀਤਾ ਹੈ, ਇੰਨਾ ਨੁਕਸਾਨ ਨਾ ਇਸਲਾਮ ਨੇ ਕੀਤਾ ਹੈ ਨਾ ਅੰਗਰੇਜ਼ਾਂ ਨੇ ਕੀਤਾ ਹੈ। ਜਿਤਨੀ ਜਲਦੀ ਹੋ ਸਕੇ ਇਹਨਾਂ ਕੋਲੋਂ ਪ੍ਰਬੰਧ ਜਿਹੜਾ ਗੁਰਦੁਆਰਿਆਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਸਾਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ये दीने हजाजी का बेबाक बेड़ा न जेहूं में अटका न सेहूं में ठहरा, किए थे पार जिसने सातों समंदर, वो डूबा दहाने में गंगा के आकर। तो ये गंगा नाल पॉजिटिविटी ते जुड़ी है भी ਇਹਦਾ ਪਾਣੀ ਪਵਿੱਤਰ ਹੈ। ਹਾਲੀ ਪਾਣੀਪਤ ਵਾਲਾਂ ਦਾ ਸਾਡੇ ਤੇ ਇਸਲਾਮ ਦੇ ਬੇੜੇ ਨੂੰ 7 ਸਮੁੰਦਰ ਵੀ ਨਹੀਂ ਡੋਬ ਸਕੇ, ਪਰ ਇਸ ਗੰਗਾ ਦੇ ਕਿਨਾਰੇ ਤੇ ਆ ਕੇ, ਭਾਵ ਇਸ ਹਿੰਦੂਇਜ਼ਮ ਦੀ ਗੰਗਾ ਦੇ ਵਿੱਚ ਆ ਕੇ ਸਾਡਾ ਇਸਲਾਮ ਦਾ ਬੇੜਾ ਵੀ ਰੁਕ ਗਿਆ, ਇਸਲਾਮ ਦਾ ਬੇੜਾ ਵੀ ਡੁੱਬ ਗਿਆ। ਛੰਦ ਉਮੰਗ ਉਤੰਗ ਤਰੰਗਾ, ਇਹ ਗੁਰੂ ਕੀ ਕਥਾ ਹੀ ਸਾਡੇ ਵਾਸਤੇ ਗੰਗਾ ਹੈ। ਗੁਰੂ ਕੇ ਇਤਿਹਾਸ ਰੂਪੀ ਗੰਗਾ ਵਿੱਚ ਹੀ ਇਸ਼ਨਾਨ ਕਰਨੇ ਹਨ। ਇਹ ਛੰਦਾਬੰਦੀ ਵਿੱਚ ਹੈ, ਬੜੇ ਹੀ ਸੋਹਣੇ ਢੰਗ ਦੇ ਕਾਵ ਰੂਪ ਵਿੱਚ ਉਚਾਰਨ ਕੀਤੀ ਗਈ ਹੈ। ਕਰਾਮਾਤ ਵਰਨਨ ਜਹ ਕਹਾ, ਵਿੱਚ ਗੁਰੂ ਕੀਆਂ ਕਰਾਮਾਤਾਂ, ਗੁਰੂ ਕੀਆਂ ਅਜ਼ਮਤਾਂ, ਗੁਰੂ ਕੀਆਂ ਰਹਿਮਤਾਂ ਜੋ ਵਰਤੀਆਂ ਨੇ ਸੰਸਾਰ ਦੇ ਉੱਤੇ। ਸੰਗਤ ਜੀ, ਜਿਸ ਪ੍ਰਕਾਰ ਵਲੀ ਕੰਧਾਰੀ ਨੇ ਉੱਤੋਂ ਪੱਥਰ ਸੁੱਟਿਆ ਵੀ ਗੁਰੂ ਨਾਨਕ ਦੇ ਉੱਤੇ ਪੱਥਰ ਸੁੱਟ ਕੇ ਮੈਂ ਖਤਮ ਕਰ ਦੇਣਾ, ਤੇ ਹਜ਼ੂਰ ਨੇ ਦੂਰੋਂ ਇਸ ਤਰ੍ਹਾਂ ਹੱਥ ਕਰਕੇ ਉਸ ਪੱਥਰ ਨੂੰ ਰੋਕਿਆ। ਜਦੋਂ ਫਿਰ ਭਾਈ ਮਰਦਾਨਾ ਪਾਣੀ ਲੈਣ ਗਏ, ਆਖਣ ਲੱਗਾ ਜੇ ਤੇਰਾ ਬਾਬਾ ਏਡਾ ਹੀ ਕਰਾਮਾਤੀ ਹੈ ਤੇ ਪਾਣੀ ਪੈਦਾ ਕਰ ਲੈ। ਬਾਬਾ ਉਹ ਤੇ ਪਾਣੀ ਨਹੀਂ ਦਿੰਦਾ, ਮੈਂ ਤ੍ਰੇਹ ਨਾਲ ਮਰਨ ਡਿਆ। ਹਜ਼ੂਰ ਕਹਿਣ ਲੱਗੇ ਪੱਥਰ ਹਟਾ। ਉਹ ਪੱਥਰ ਹਟਾਇਆ ਤੇ ਕਲ ਕਰਦਾ ਪਾਣੀ ਦਾ ਚਸ਼ਮਾ ਨਿਕਲਿਆ ਜਿਹੜਾ ਹੁਣ ਤੱਕ ਚੱਲ ਰਿਹਾ। ਹਜ਼ੂਰ ਨੇ ਇਸ ਤਰ੍ਹਾਂ ਦੇ ਕਈ ਕਰਾਮਾਤਾਂ, ਕਈ ਅਜ਼ਮਤਾਂ, ਕਈ ਕੌਤਕ ਕਰਕੇ ਵਿਖਾਏ। ਇਹੋ ਗੰਭੀਰਤਾ ਧਾਰਤ ਮਹਾ, ਇਸ ਤਰ੍ਹਾਂ ਦੀ ਗੰਭੀਰਤਾ ਹੈ ਇਸ ਪਾਵਨ ਇਤਿਹਾਸ ਦੀ ਕਥਾ ਵਿੱਚ। ਰਾਮ ਕੋਇਰ ਗਿਰਵਰ ਤੇ ਨਿਕਸੀ, ਇਹ ਭਾਈ ਰਾਮ ਕੋਇਰ ਜੀ ਦੇ ਗਲੇ ਵਿੱਚੋਂ ਨਿਕਲੀ ਹੈ। ਗੁਰੂ ਕੀ ਸੰਗਤ, ਭਾਈ ਰਾਮ ਕੋਇਰ ਜੀ ਕੌਣ ਨੇ? ਤੁਹਾਡੇ ਗਿਆਤ ਲਈ ਮੈਂ ਬੇਨਤੀ ਕਰਦੇ ਹਾਂ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਨੇ। ਅੱਗੇ ਜਾ ਕੇ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵਿੱਚੋਂ ਨੇ। ਇੱਕ ਵਾਰੀ ਸ੍ਰੀ ਅਨੰਦਪੁਰ ਸਾਹਿਬ ਮਾਤਾ ਗੁਜਰੀ ਜੀ ਨੇ, ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ, ਜੀ ਇਹ ਜਿਹੜਾ ਸੁਖਮਣੀ ਸਾਹਿਬ ਵਿੱਚ ਬ੍ਰਹਮ ਗਿਆਨੀ ਦਾ ਬਚਨ ਆਉਂਦਾ ਹੈ, ਬ੍ਰਹਮ ਗਿਆਨੀ ਦੀ ਉਸਤਤ ਹੈ, ਕੀ ਇਸ ਤਰ੍ਹਾਂ ਦਾ ਕੋਈ ਬ੍ਰਹਮ ਗਿਆਨੀ ਜ਼ਮੀਨ ਤੇ ਹੈ? ਤੇ ਮਾਤਾ ਜੀ ਨੇ ਕਿਹਾ ਸੀ ਹੈ। ਗੁਰੂ ਸਾਹਿਬ ਨੇ ਕਿਹਾ ਸੀ ਹੈ। ਤੇ ਮਾਤਾ ਜੀ ਕਹਿਣ ਲੱਗੇ ਫਿਰ ਮੈਨੂੰ ਦਰਸ਼ਨ ਕਰਾਓ। ਤੇ ਸਤਿਗੁਰੂ ਨੇ ਆਤਮਿਕ ਸ਼ਕਤੀ ਨਾਲ ਚੇਤਾ ਕੀਤਾ ਤੇ ਭਾਈ ਰਾਮ ਕੋਇਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਨ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਆ ਗਏ। ਮਹਾਰਾਜ ਨੇ ਆਖਿਆ ਮਾਤਾ ਜੀ ਕਰ ਲਓ ਦਰਸ਼ਨ, ਇਹ ਬ੍ਰਹਮ ਗਿਆਨੀ ਜੇ। ਕੌਣ ਜੀ? ਭਾਈ ਰਾਮ ਕੋਇਰ ਜੀ। ਫਿਰ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਜੀ ਇਹਨਾਂ ਤੋਂ ਆਗਿਆ ਲੈ ਕੇ ਦਿਓ, ਮੈਂ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ। ਫਿਰ ਮਾਤਾ ਜੀ ਨੇ ਆਪਣੇ ਹੱਥੀਂ ਪ੍ਰਸ਼ਾਦ ਤਿਆਰ ਕੀਤਾ ਤੇ ਭਾਈ ਰਾਮ ਕੋਇਰ ਜੀ ਨੂੰ ਉਹ ਸਾਧ ਸੰਗਤ ਜੀ ਭੋਜਨ ਛਕਾਇਆ। ਗਿਆਨੀ ਸੰਤੋਖ ਸਿੰਘ ਕਹਿੰਦੇ ਨੇ ਵੀ ਮੈਂ ਮਹਿਮਾ ਪ੍ਰਕਾਸ਼ ਗ੍ਰੰਥ ਦਾ ਵੀ ਸਹਾਰਾ ਲਿਆ, ਜਨਮ ਸਾਖੀਆਂ ਦਾ ਵੀ ਸਹਾਰਾ ਲਿਆ,
ਤੇ ਭਾਈ ਰਾਮ ਕੌਰ ਜੀ ਦੀ ਰਚਨਾ ਤੋਂ ਇਹ ਕਥਾ ਨਿਕਲੀ ਜਿਹੜੀ ਮੈਂ ਲਿਖੀ ਹੈ। ਸਿੱਖਨ ਬਿਖੇ ਜਗਤ ਮਹਿ ਬਿਗਸੀ। ਇਹ ਸਿੱਖ ਜਗਤ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਬੜੀ ਪ੍ਰਸਿੱਧ ਹੋਈ, ਬੜੀ ਬਿਗਸ ਗਈ। ਜੋਗ ਵਿਰਾਗ ਭਗਤ ਅਰ ਗਿਆਨ। ਇਸ ਕਥਾ ਵਿੱਚ ਜੋਗ ਵੀ ਹੈ, ਵਿਰਾਗ ਵੀ ਹੈ, ਭਗਤੀ ਵੀ ਹੈ, ਗਿਆਨ ਵੀ ਹੈ। ਇਸ ਵਿੱਚ ਸਾਰੇ ਹੀ ਸ਼ੁਭ ਗੁਣ ਹਨ। ਬਸੈ ਚਾਰ ਜਲ ਜੰਤ ਮਹਾਨ। ਇਸ ਪ੍ਰਕਾਰ ਗਿਆਨੀ ਸੰਤੋਖ ਸਿੰਘ ਇਤਿਹਾਸਕਾਰ ਹੁਣੀ ਆਪਣੇ ਦੁਆਰਾ ਗੁਰੂ ਕੀ ਉਸਤਤ ਵਿੱਚ ਲਿਖੀ ਹੋਈ ਇਹ ਕਥਾ, ਇਹ ਗ੍ਰੰਥ, ਉਸ ਦਾ ਵਿਵਰਣ ਦੱਸ ਰਹੇ ਹਨ ਸੰਗਤ ਜੀ। ਜਪ ਤਪ ਸੰਜਮ ਦਾਨ ਇਸ਼ਨਾਨ। ਇਸ ਕਥਾ ਵਿੱਚ ਜਪ ਦੀ ਜਾਚ, ਤਪ ਦੀ ਜਾਚ, ਇਸ਼ਨਾਨ ਦੀ ਜਾਚ, ਦਾਨ ਕਰਨ ਦੀ ਜਾਚ ਦੱਸੀ ਗਈ ਹੈ। ਧੀਰਜ ਦਇਆ ਸ਼ਿਮਾ ਨਿਰਮਾਨ। ਕਿਸ ਪ੍ਰਕਾਰ ਮਨੁੱਖ ਵਿੱਚ ਧੀਰਜ, ਦਇਆ, ਸ਼ਿਮਾ, ਨਿਰਮਾਨਤਾ ਹੋਣੀ ਚਾਹੀਦੀ ਹੈ, ਜਿਸ ਨੂੰ ਲਿਟਰੇਰੀ ਬੋਲੀ 'ਚ ਆਪ ਜੀ ਨੈਤਿਕਤਾ ਕਹਿੰਦੇ ਹੋ, ਜਿਸ ਨੂੰ ਆਪ ਜੀ ਸ਼ੁਭ ਗੁਣ ਕਹਿੰਦੇ ਹੋ। ਗੁਰੂ ਕੀ ਸੰਗਤ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ, ਬਾਣੀ ਪੜ੍ਹੀਏ, ਉਹ ਸ਼ੁਭ ਗੁਣਾਂ ਤੇ ਬੜਾ ਜ਼ੋਰ ਦਿੰਦੇ ਨੇ। ਵੇਖੋ ਜੋਗੀ ਮਿਲਦਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ, ਕਾਲੀ ਕਾਲੀ ਪੜ੍ਹ ਕੇ ਲੰਘ ਜਾਂਦੇ ਹੋ, ਤਾਂ ਨਹੀਂ ਗੱਲ ਸਮਝ ਆਉਂਦੀ। ਮਹਾਰਾਜ ਕਹਿੰਦੇ ਨੇ ਜੀਵਨ ਸਫਲ ਕਰਨ ਦਾ ਕੀ ਮੈਥਡ ਹੈ, ਉਹ ਵਿਖਾ ਦਿੰਦਾ ਵੀ ਮਹਾਰਾਜ ਕੰਨਾਂ 'ਚ ਮੁੰਦਰਾਂ ਨੇ ਮੇਰੇ 'ਚ, ਆਹ ਝੋਲੀ ਮੋਢੇ ਤੇ ਟੰਗੀ, ਇਹਦੇ 'ਚ ਠੂਠਾ ਹੈ, ਪਿੰਡੇ ਤੇ ਸਵਾਹ ਮਿਲੀ ਹੈ, ਹੱਥ 'ਚ ਡੰਡਾ, ਇਹ ਤੇ ਆਦ ਤੋਂ ਮਹਾਰਾਜ ਫਿਰ ਉਹਨੂੰ ਕੀ ਕਹਿੰਦੇ ਨੇ, ਕੰਨਾਂ 'ਚੋਂ ਮੁੰਦਰਾਂ ਲਾ ਕੇ ਸੁੱਟ ਦੇ, ਇਹਦੀ ਥਾਂ ਤੇ ਸੰਤੋਖ ਦਾ ਧਾਰਨੀ ਹੋ ਜਾ। ਹੁਣ ਸੰਤੋਖ ਕੀ ਹੈ? ਦੇਵੀ ਗੁਣ ਹੈ, ਸ਼ੁਭ ਗੁਣ ਹੈ। ਮੁੰਦਾਂ ਸੰਤੋਖ, ਮੁੰਦਰਾਂ ਦੀ ਥਾਂ ਤੇ ਸੰਤੋਖ ਧਾਰਨ ਕਰ। ਅੱਗੇ ਚਲੋ। ਸ਼ਰਮ ਪੱਤ ਝੋਲੀ, ਆਹ ਦਰ ਦਰ ਤੇ ਜਿਹੜਾ ਮੰਗਣਾ ਝੋਲੀ ਬੰਨ ਕੇ ਇਹਨੂੰ ਵਗਾ ਕੇ ਮਾਰ, ਇਹਦੀ ਥਾਂ ਤੇ ਅੱਜ ਤੋਂ ਪਰਿਸ਼ਰਮ ਕਰਨਾ ਸ਼ੁਰੂ ਕਰ ਦੇ। ਪਹਿਲਾ ਸੰਤੋਖ, ਦੂਜਾ ਪਰਿਸ਼ਰਮ। ਜਿਹੜੀ ਤੂੰ ਪਿੰਡੇ ਤੇ ਸਵਾਹ ਮਲਣਾ, ਇਹਦੇ ਨਾਲ ਤੇਰੀ ਸਕਿਨ ਖਰਾਬ ਹੋ ਜਾਏਗੀ, ਉਂਝ ਵੀ ਤੇਰੇ ਕੋਲ ਖੜਦਾ ਕੋਨੀਗਾ। ਇਹ ਨਾ ਮਲਿਆ ਕਰ, ਕੋਈ ਚੰਗਾ ਸਾਬਣ, ਚੰਗਾ ਕੋਈ ਹੋਰ ਸਾਧਨ ਲੈ ਕੇ ਇਸ਼ਨਾਨ ਕਰਿਆ ਕਰ। ਧਿਆਨ ਕੀ ਕਰਾਂ? ਬਭੂਤ। ਪਿੰਡੇ ਤੇ ਸਵਾਹ ਮਲਣ ਦੀ ਥਾਂ ਤੇ ਸ਼ਬਦ ਵਿੱਚ ਸੁਰਤ ਜੋੜਿਆ ਕਰ, ਨਾਮ ਜਪਿਆ ਕਰ। ਖਿੰਥਾ ਕਾਲ, ਜਿਹੜੀ ਤੂੰ ਗਲ ਵਿੱਚ ਪਾਟੀ ਜੀ ਖਫਣੀ ਪਾਈ ਫਿਰਨਾ ਹੈ, ਇਹਦੀ ਥਾਂ ਦੇ ਉੱਤੇ ਮੌਤ ਨੂੰ ਯਾਦ ਰੱਖਿਆ ਕਰ, ਕਿਉਂਕਿ ਜਿਨ੍ਹਾਂ ਨੂੰ ਮੌਤ ਚੇਤਾ ਰਹਿੰਦੀ ਏ ਉਹਨਾਂ ਨੂੰ ਰੱਬ ਚੇਤਾ ਰਹਿੰਦਾ। ਕੁਆਰੀ ਕਾਇਆ ਜੁਗਤ, ਵਿਆਹ ਨਹੀਂ ਕਰਾਉਣਾ, ਕੁਆਰੇ ਰਹਿਣਾ। ਮਹਾਰਾਜ ਕਹਿਣ ਲੱਗੇ ਵਿਆਹ ਕਰਾਉਣ 'ਚ ਕੋਈ ਹਰਜ ਨਹੀਂ। ਜੇ ਤੇਰਾ ਮਾਂ ਪਿਓ ਵਿਆਹ ਨਾ ਕਰਾਂਦਾ ਤੇ ਤੈਨੂੰ ਸੰਸਾਰ ਵੇਖਣ ਦਾ ਅਵਸਰ ਨਹੀਂ ਸੀ ਮਿਲਣਾ। ਵਿਆਹ ਕਰਾਉਣਾ ਕੋਈ ਬੁਰੀ ਗੱਲ ਨਹੀਂ, ਕਰਾਉਣਾ ਚਾਹੀਦਾ, ਪਰ ਵਿਆਹ ਕਰਾ ਕੇ ਜੁਗਤ ਨਾਲ ਜੀਵਨ ਜਿਉਣਾ ਚਾਹੀਦਾ। ਵਿਆਹ ਕਰਾਉਣ ਤੋਂ ਬਾਅਦ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦੇ ਧਾਰਨੀ ਬਣਨਾ ਚਾਹੀਦਾ। ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਤੇ ਜਿਹੜਾ ਤੂੰ ਹੱਥ 'ਚ ਡੰਡਾ ਰੱਖਣਾ, ਇਹਦੀ ਥਾਂ ਤੇ ਰੱਬ ਵਿੱਚ ਪ੍ਰਤੀਤ ਰੱਖ। ਡੰਡਾ ਪ੍ਰਤੀਤ। ਆਈ ਪੰਥੀ, 12 ਬ੍ਰਾਂਚੇਜ ਨੇ ਜੋਗੀਆਂ ਦੀਆਂ, 12 ਪੰਥ ਨੇ। ਉਹਨਾਂ ਵਿੱਚੋਂ ਜਿਹੜਾ ਆਈ ਪੰਥ ਹੈ, ਇਹ ਕਹਿੰਦੇ ਨੇ ਅਸੀਂ 12 ਵਿੱਚੋਂ ਸਰਮੋਰ ਹਾਂ। ਮਹਾਰਾਜ ਕਹਿੰਦੇ ਆਈ ਪੰਥ ਦਾ ਮੈਂਬਰ ਮਿਲੇ ਤੇ ਆਦੇਸ਼ ਕਰਦੇ ਹੋ, ਬਾਕੀ 11 ਵਿੱਚੋਂ ਕੋਈ ਮਿਲ ਜਾਏ ਤੇ ਮੱਥੇ ਤੇ ਵੱਟ ਪਾਉਂਦੇ ਹੋ। ਕੋਈ ਵੀ ਮਿਲੇ ਮੈਨੂੰ, ਤੇ ਕੋਈ ਵੀ ਮਿਲੇ, ਸਿੱਖ ਮਿਲੇ, ਹਿੰਦੂ ਮਿਲੇ, ਮੁਸਲਮਾਨ ਮਿਲੇ, ਹਜ਼ੂਰ ਕਹਿਣਗੇ ਮੈਂ ਤੇ ਸਾਰਿਆਂ ਨੂੰ ਖੁਸ਼ ਹੋ ਕੇ ਮਿਲਣਾ। ਹੁਣ ਸਾਡੇ ਵਿੱਚ ਵੀ ਇਸ ਤਰ੍ਹਾਂ ਨਾ ਇਲਾਕਾਵਾਦ, ਫਿਰ ਜਥੇਬੰਦੀਵਾਦ, ਤੂੰ ਅਕਾਲੀ ਹੈ ਕਿ ਟਕਸਾਲੀ ਹੈ ਕਿ ਨਾਨਕਸਰੀਆਂ ਹੈ ਕਿ ਨਿਹੰਗ ਸਿੰਘ ਹੈ ਕਿ ਮਿਸ਼ਨਰੀ ਹੈ, ਜੱਟ ਹੈ ਕਿ ਪਾਪਾ ਹੈ, ਰਵਦਾਸੀਆਂ ਹੈ ਕਿ ਮਜਬੀ ਸਿੱਖ ਹੈ ਕਿ ਤਰਖਾਣ ਹੈ। ਛੋਟੀ ਜੀ ਕੌਮ ਹੈ, ਖਿਮਾ ਕਰ ਦੇਣਾ। ਕਈ ਗੁੱਸਾ ਕਰ ਜਾਂਦੇ ਜੀ ਨਹੀਂ ਇਹ ਢੈਂਦੀ ਕਲਾ ਵਾਲੀ ਗੱਲ ਹੈ, ਛੋਟੀ ਗਿਣਤੀ ਵਿੱਚ ਅਸੀਂ ਦੂਜਿਆਂ ਦੇ ਮੁਕਾਬਲੇ ਘੱਟ ਆ। ਫਿਰ ਉਹ ਅਸੀਂ ਇਲਾਕਿਆਂ ਵਿੱਚ ਵੀ ਵੰਡੇ ਹੋਏ ਹਾਂ, ਸੰਪਰਦਾਵਾਦ ਵਿੱਚ ਵੀ ਵੰਡੇ ਹੋਏ ਹਾਂ, ਜਾਤ ਪਾਤ ਵਿੱਚ ਵੀ ਵੰਡੇ ਹੋਏ ਹਾਂ। ਕਾਮਯਾਬੀ ਕਿੱਥੋਂ ਮਿਲ ਜਾਏਗੀ? ਇਹ तमाम ਜਿਹੜੀਆਂ ਕੁਰੀਤੀਆਂ ਨੇ, ਜਾਤ ਪਾਤ ਹੈ, ਇਲਾਕਾਵਾਦ ਹੈ, ਸੰਪਰਦਾਵਾਦ ਹੈ, ਜਥੇਬੰਦੀਵਾਦ ਹੈ, ਆਓ ਸਾਰੇ ਇਹਨਾਂ ਤੰਗ ਦੀਵਾਰਾਂ ਵਿੱਚੋਂ ਬਾਹਰ ਨਿਕਲ ਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਜਾਈਏ, ਸਾਡੀ ਤਾਕਤ ਬਣ ਜਾਏਗੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ, ਕੋਈ ਬਾਹਰੋਂ ਤੇ ਫੌਜ ਨਹੀਂ ਸੀ ਲਿਆਂਦੀ, 12 ਮਿਸਲਾਂ ਇਕੱਠੀਆਂ ਕੀਤੀਆਂ ਸਨ ਤੇ 12 ਮਿਸਲਾਂ ਆਪਣੀ ਆਪਣੀ ਮਿਸਲ ਨੂੰ ਸਟਰੋਂਗ ਕਰਨ 'ਚ ਲੱਗੀਆਂ ਸਨ। ਰਣਜੀਤ ਸਿੰਘ ਨੇ ਕਿਹਾ ਵੀ ਇਹਨਾਂ ਨੂੰ ਮਿਸਲਾਂ ਨੂੰ ਸਟਰੋਂਗ ਕਰੋਗੇ ਤੇ ਪੰਥ ਨਹੀਂ ਸਟਰੋਂਗ ਹੋਵੇਗਾ, ਸਾਰੇ ਇਕੱਠੇ ਹੋ ਜਾਓ ਔਰ ਮਜ਼ਬੂਤ ਬਣ ਜਾਓ। ਜਦੋਂ 12 ਮਿਸਲਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਤੇ ਸਿੱਖ ਰਾਜ ਕਾਇਮ ਹੋ ਗਿਆ, ਤੁਹਾਡੇ ਸਾਹਮਣੇ ਹੈ। ਜਦੋਂ ਅਸੀਂ ਆਪਣੀ ਜਥੇਬੰਦੀ ਤੱਕ ਸੀਮਤ ਹੋ ਜਾਾਂਗੇ ਵੀ ਮੇਰੀ ਜਥੇਬੰਦੀ ਚੰਗੀ, ਉਹ ਕਹਿੰਦੀ ਮੇਰੀ ਤੇਰੇ ਤੋਂ ਵੀ ਚੰਗੀ,
ਚੌਥਾ ਕਵੇ ਮੇਰੀ ਤੁਹਾਡੇ ਦੋਹਾਂ ਤੋਂ ਚੰਗੀ, ਉਹ ਚੰਗੀ ਹੋ ਜਾਏਗੀ ਪਰ ਪੰਥ ਚੰਗਾ ਨਹੀਂ ਹੋਵੇਗਾ। ਇਸ ਲਈ ਸੰਪਰਦਾਵਾਦ ਵਿੱਚੋਂ ਨਿਕਲ ਕੇ, ਜਥੇਬੰਦੀਵਾਦ ਚੋਂ ਨਿਕਲ ਕੇ, ਜਾਤ ਪਾਤਵਾਦ ਚੋਂ ਨਿਕਲ ਕੇ, ਇਲਾਕਾਵਾਦ ਵਿੱਚੋਂ ਨਿਕਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ। ਹਜ਼ੂਰ ਕਹਿਣ ਲੱਗੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੇ ਹਜ਼ੂਰ ਨੂੰ ਜਨੇਊ ਪਾਣ ਲੱਗਿਆ ਬ੍ਰਾਹਮਣ ਨਾਲ ਸੰਵਾਦ ਹੁੰਦਾ ਹੈ, ਮਹਾਰਾਜ ਉਹਨੂੰ ਵੀ ਸ਼ੁਭ ਗੁਣ ਧਾਰਨ ਕਰਨ ਦੀ ਪ੍ਰੇਰਨਾ ਕਰਦੇ ਨੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ ਹਈ ਤ ਪਾਂਡੇ ਘੱਤ। ਹੁਣ ਸਾਡਾ ਧਿਆਨ ਨਹੀਂ ਜਾਂਦਾ, 4 ਦੈਵੀ ਗੁਣਾਂ ਦੇ ਮਹਾਰਾਜ ਨੇ ਉਹਦੇ ਤੇ ਜ਼ੋਰ ਦਿੱਤਾ ਸੀ। ਕਿਹੜਾ? ਦਇਆ, ਸੰਤੋਖ, ਜਤ ਤੇ ਸੱਤ। ਤੇ ਜੇ ਮੁਸਲਮਾਨ ਮਿਲਦਾ ਹੈ ਸੱਜਣਾ ਕੀ ਕਰਨਾ ਜੀ? ਮਸੀਤ ਜਾ ਕੇ ਨਮਾਜ਼ ਪੜ੍ਹਨਾ। ਮਹਾਰਾਜ ਕਹਿਣਗੇ ਪੱਥਰ ਦੀ ਮਸੀਤ ਵਿੱਚ ਨਮਾਜ਼ ਪੜ੍ਹ ਕੇ ਤੇਰਾ ਦਿਲ ਵੀ ਪੱਥਰ ਹੀ ਹੋ ਗਿਆ। ਜਦੋਂ ਕਰਦ ਚਲਾਨਾ ਹੈ ਬੱਕਰੇ ਦੀ ਸ਼ਾਹ ਰੱਗ ਤੇ ਮੁਰਗੀ ਤੇ, ਉਦੋਂ ਤੈਨੂੰ ਤਰਸ ਨਹੀਂ ਆਉਂਦਾ। ਮਹਾਰਾਜ ਫਿਰ ਮੈਂ ਕੀ ਕਰਾਂ? ਮਹਾਰਾਜ ਕਹਿਣ ਲੱਗੇ ਵੀ ਮੇਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ, ਸੀਲ ਰੋਜ਼ਾ, ਹੋ ਮੁਸਲਮਾਨ। ਹੁਣ ਤੁਸੀਂ ਧਿਆਨ ਨਾਲ ਵੇਖੋ, ਉਹਨੂੰ ਕਹਿੰਦੇ ਨੇ ਦਇਆ ਕਪਾ, ਇਹਨੂੰ ਕਹਿੰਦੇ ਨੇ ਮੇਰ ਮਸੀਤ। ਮੇਰ ਵਿੱਚ ਤੇ ਦਇਆ 'ਚ ਕੀ ਫਰਕ ਹੈ? ਪਰਿਆਇਵਾਚੀ ਸ਼ਬਦ ਨੇ। ਮੇਰ ਦੀ ਮਸੀਤ ਵਿੱਚ ਨਮਾਜ਼ ਪੜਿਆ ਕਰ, ਕਦੀ ਦਇਆ ਵੀ ਹਿਰਦੇ ਵਿੱਚ ਲਿਆਵਿਆ ਕਰ। ਮੇਰ ਮਸੀਤ, ਸਿਦਕ ਮੁਸੱਲਾ, ਜਿਹੜਾ ਥੱਲੇ ਕੱਪੜਾ ਵਿਛਾਉਂਦੇ ਨੇ ਨਮਾਜ਼ ਅਤਾ ਕਰਨ ਲਈ, ਉਹਦੀ ਥਾਂ ਤੇ ਸਿਦਕ ਧਾਰਨ ਕਰ। ਜਿਹੜੀਆਂ ਕੁਰਾਨ ਦੀਆਂ ਆਇਤਾਂ ਪੜ੍ਹਨਾ, ਉਹਦੀ ਥਾਂ ਤੇ ਕੀ ਕਰ? ਹੱਕ ਹਲਾਲ ਦੀ ਖਾਣੀ ਸ਼ੁਰੂ ਕਰ ਦੇ, ਅੱਜ ਤੋਂ ਬੇਈਮਾਨੀ ਬੰਦ ਕਰ ਦੇ। ਸ਼ਰਮ ਸੁੰਨਤ, ਔਰ ਜਿਹੜੀ ਸੁੰਨਤ ਕਰਾਨਾ ਹੈ ਉਹਦੀ ਥਾਂ ਤੇ ਪਰਿਸ਼ਰਮ ਕਰਨਾ ਸ਼ੁਰੂ ਕਰ ਦੇ। ਸ਼ੀਲ ਰੋਜ਼ਾ, ਚੰਗੇ ਸੁਭਾਅ ਦੇ ਰੋਜ਼ੇ ਰੱਖਿਆ ਕਰ, ਭਾਵ ਸੁਭਾਅ ਚੰਗਾ ਕਰ ਲੈ, ਹੋ ਮੁਸਲਮਾਨ। ਹਿੰਦੂ ਨੂੰ ਵੀ ਦੈਵੀ ਗੁਣ ਧਾਰਨ ਕਰਨ ਲਈ ਕਹਿੰਦੇ ਨੇ, ਮੁਸਲਮਾਨ ਨੂੰ ਵੀ ਦੈਵੀ ਗੁਣ ਧਾਰਨ ਕਰਨ ਲਈ ਕਹਿੰਦੇ ਨੇ, ਜੋਗੀ ਨੂੰ ਵੀ ਦੈਵੀ ਗੁਣ ਧਾਰਨ ਕਰਨ ਲਈ ਕਹਿੰਦੇ ਨੇ, ਤੇ ਸਿੱਖ ਨੂੰ ਵੀ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲੀਜੈ। ਸ਼ੁਭ ਗੁਣ, ਦੈਵੀ ਗੁਣ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਗਿਆਨੀ ਸੰਤੋਖ ਸਿੰਘ ਜੀ ਬਖਸ਼ਿਸ਼ ਕਰ ਰਹੇ ਹਨ। ਸਤ ਸੰਤੋਖ ਆਦ ਗੁਣ ਜੇਤੇ, ਜਿੰਨੇ ਵੀ ਸਤ ਸੰਤੋਖ ਆਦਿਕ ਸ਼ੁਭ ਗੁਣ ਦੈਵੀ ਗੁਣ ਹਨ, ਲਗ ਜਲ ਜੰਤ ਵਾਸ ਕਰ ਤੇਤੇ। ਸੋ ਇਸ ਪ੍ਰਕਾਰ 10 ਗੁਰ ਦਸਹੋ ਘਾਟ ਕੋ ਪਾਏ। ਜਿਸ ਤਰ੍ਹਾਂ ਕਿਸੇ ਤੀਰਥ ਤੇ ਇੱਕ ਘਾਟ ਹੁੰਦਾ ਹੈ, ਕਿਸੇ ਤੇ 2 ਘਾਟ ਹੁੰਦੇ ਨੇ, ਕਿਸੇ ਤੇ ਵੱਧ ਘੱਟ ਘਾਟ ਹੁੰਦੇ ਨੇ, ਇਸ ਪ੍ਰਕਾਰ ਇਹ 10 ਗੁਰੂ ਸਾਹਿਬਾਨ ਮਾਨੋ ਘਾਟ ਹਨ। ਕਿਸੇ ਵੀ ਘਾਟ ਤੇ ਇਸ਼ਨਾਨ ਕਰੋ, ਪਵਿੱਤਰ ਹੋ ਜਾਓਗੇ। ਪਾਵਨ ਭਏ ਲੋਕ ਸਮੁਦਾਇ। ਔਰ ਜਿਹੜੇ ਜਿਹੜੇ ਲੋਕਾਂ ਨੇ ਗੁਰੂ ਘਾਟ ਦੇ ਉੱਤੇ ਇਸ਼ਨਾਨ ਕੀਤਾ, ਉਹ ਪਾਵਨ ਹੋ ਗਏ, ਪਵਿੱਤਰ ਹੋ ਗਏ। ਜਨਮ ਮਰਨ ਤੇ ਆਦ ਕਲੇਸੂ। ਉਹਨਾਂ ਦੇ ਜਨਮ ਤੇ ਮਰਨ ਇਤਿਆਦ ਜਿਹੜੇ ਕਲੇਸ਼ ਸਨ, ਇਹ ਵੱਡ ਪਾਤ ਕਹਤੇ ਅਸੇਸੂ। ਉਹ ਸਾਰਿਆਂ ਦੇ ਖਤਮ ਹੋ ਗਏ। ਗੁਰ ਸਿੱਖ ਜੋਗੀ ਮੁਨ ਰਿਖ ਭਾਰੀ। ਗੁਰੂ ਕੇ ਸਿੱਖ ਬੜੇ ਵੱਡੇ ਮੁਨੀ ਨੇ, ਬੜੇ ਵੱਡੇ ਜੋਗੀ ਹਨ। ਗੁਰ ਮਹਿਮਾ ਗੰਗਾ ਤਿਨ ਪਿਆਰੀ। ਔਰ ਗੁਰੂ ਦੀ ਮਹਿਮਾ ਰੂਪੀ ਗੰਗਾ ਵਿੱਚ ਉਹ ਇਸ਼ਨਾਨ ਕਰਦੇ ਹਨ। ਗੁਰੂ ਦੀ ਮਹਿਮਾ ਹੀ ਉਹਨਾਂ ਨੂੰ ਪਿਆਰੀ ਲੱਗਦੀ ਹੈ। ਪਠਨ ਸੁਨਨ ਸ਼ੁਭ ਅਰਥ ਵਿਚਾਰਨ। ਉਹ ਇਸ ਪ੍ਰਕਾਰ ਗੁਰੂ ਕੀ ਕਥਾ ਨੂੰ ਪੜ੍ਹਦੇ ਨੇ, ਸੁਣਦੇ ਨੇ ਅਤੇ ਵਿਚਾਰਦੇ ਵੀ ਹਨ। ਪਾਕ ਇਸ਼ਨਾਨ ਹਰਖ ਕਰ ਧਾਰਨ। ਇਸ ਪ੍ਰਕਾਰ ਸਿਫਤ ਸਲਾਹ ਦੀ ਬਾਣੀ ਵਿੱਚ ਉਹ ਆਤਮਾ ਦਾ ਇਸ਼ਨਾਨ ਕਰਾਉਂਦੇ ਹਨ। ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ। ਜਿੰਨੇ ਵੀ ਗੁਰਸਿੱਖ ਪ੍ਰੇਮੀ ਹਨ, ਲਿਖੈ ਸੁਨੈ ਜਸ ਗਾਵਨ ਹਾਰੇ। ਉਹ ਇਸ ਪ੍ਰਕਾਰ ਗੁਰੂ ਕਾ ਜਸ ਲਿਖਦੇ ਸੁਣਦੇ ਹਨ। ਗੁਰ ਮਹਿਮਾ ਗੰਗਾ ਕੋ ਪਾਏ। ਇਸ ਪ੍ਰਕਾਰ ਗੁਰੂ ਮਹਿਮਾ ਰੂਪੀ ਗੰਗਾ ਨੂੰ ਪ੍ਰਾਪਤ ਕਰਕੇ ਭਏ ਮੁਕਤ ਗੁਰ ਰੂਪ ਸਮਾਏ। ਉਹ ਮੁਕਤ ਹੋ ਕੇ ਗੁਰੂ ਵਿੱਚ ਸਮਾ ਜਾਂਦੇ ਹਨ। ਸੋ ਇਸ ਪ੍ਰਕਾਰ ਗੁਰੂ ਕੀ ਸੰਗਤ ਕੱਲ ਨੂੰ ਇਹ ਮੁਕੰਮਲ 255 ਸਾਲ ਦੇ ਇਤਿਹਾਸ ਦੀ ਜੋ ਕਥਾ ਹੈ ਉਸ ਦੀ ਸਮਾਪਤੀ ਹੋ ਜਾਏਗੀ। ਔਰ ਬਣੇ ਪ੍ਰੋਗਰਾਮ ਅਨੁਸਾਰ ਪਰਸੋਂ ਤੋਂ ਕਥਾ ਤੇ ਇਤਿਹਾਸ ਦੀ ਹੀ ਹੋਵੇਗੀ, ਪਰ ਉਹ ਇਤਿਹਾਸ ਜਨਮ ਸਾਖੀਆਂ ਦੇ ਰੂਪ ਵਿੱਚ ਵੀ ਹੈ। ਉਹ ਬਾਬਾ ਸਰੂਪ ਦਾਸ ਭੱਲੇ ਦਾ ਮਹਿਮਾ ਪ੍ਰਕਾਸ਼ ਵੀ ਹੈ। ਉਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵੀ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਵੀ ਹੈ, ਗੁਰਬਿਲਾਸ ਪਾਤਸ਼ਾਹੀ 10ਵੀਂ ਵੀ ਹੈ। ਪਰ ਜਿਹੜੀ ਹੁਣ ਸ਼ੁਰੂ ਕਰਨ ਜਾ ਰਹੇ ਨੇ ਕਥਾ, ਉਹ ਹੈ ਪੰਥ ਪ੍ਰਕਾਸ਼। 2 ਪੰਥ ਪ੍ਰਕਾਸ਼ ਨੇ, ਇੱਕ ਗਿਆਨੀ ਗਿਆਨ ਸਿੰਘ ਦਾ ਔਰ ਇੱਕ ਸਰਦਾਰ ਰਤਨ ਸਿੰਘ ਭੰਗੂ ਸਮਰਾਲੇ ਵਾਲਿਆਂ ਦਾ।
ਸੋ ਕੱਲ ਦਾ ਦਿਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਫਿਰ ਸਮਾਪਤੀ, ਔਰ ਉਦੋਂ ਅਗਲੇ ਦਿਨ ਯਾਨੀ ਐਤਵਾਰ ਰਾਤਰੀ ਦੇ ਦੀਵਾਨਾਂ ਵਿੱਚ ਪੰਥ ਪ੍ਰਕਾਸ਼ ਦੀ ਕਥਾ ਸ਼ੁਰੂ ਕਰਨ ਦਾ ਪ੍ਰੋਗਰਾਮ ਜੋ ਹੈ ਉਹ ਦਾਸ ਨੂੰ ਜੋ ਹੁਣ ਤੱਕ ਪਤਾ ਲੱਗਾ ਹੈ, ਹੁਕਮ ਹੋਇਆ ਹੈ, ਉਹ ਬਣਿਆ ਹੈ, ਉਹ ਤੁਹਾਡੇ ਤੋਂ ਆਗਿਆ ਲੈ ਕੇ ਫਿਰ ਸ਼ੁਰੂ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੰਤਲੀਆਂ 2 ਪੰਕਤੀਆਂ ਦਾ ਪਾਠ ਗੁਰਮੁਖ ਪਿਆਰਿਆਂ ਤੋਂ ਸਰਵਣ ਕਰਕੇ ਫਤਿਹ ਗਜਾਈਏ ਜੀ। ਗੁਰ ਮਹਿਮਾ ਗੰਗਾ ਕੋ ਪਾਏ, ਭਏ ਮੁਕਤ ਗੁਰ ਰੂਪ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।